ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਧੰਨ ਵਾਹਿਗੁਰੂ ਸਾਹਿਬ ਜੀ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੈ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਤਿੰਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਲਾਸਾਨੀ ਇਤਿਹਾਸ ਦੇ ਪੰਨੇ ਨੂੰ ਯਾਦ ਕਰਦਿਆਂ ਹੋਇਆਂ ਅੱਜ ਅਸੀਂ ਸਾਰੇ ਹੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸੱਜ ਕੇ ਬੈਠੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਤਿਕਾਰਯੋਗ ਵੀਰ ਪਾਸੋਂ ਸਤਿਗੁਰੂ ਜੀ ਦੀ ਬਾਣੀ ਦੀਆਂ ਇਤਿਹਾਸ ਦੀਆਂ ਵਿਚਾਰਾਂ ਨੂੰ ਸਾਂਝੀਆਂ ਕਰਨ ਦਾ ਯਤਨ ਕਰ ਰਹੇ ਸੀ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਮਹਾਰਾਜ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਸਵਈਏ ਦਾ ਪਾਠ ਮੈਂ ਆਪ ਸੰਗਤ ਨਾਲ ਸਾਂਝਾ ਕੀਤਾ ਹੈ, ਇਸ ਪਾਵਨ ਪਾਠ ਅੰਦਰ ਗੁਰਦੇਵ ਬਹੁਤ ਪਿਆਰੇ ਬੋਲ ਸਾਡੇ ਨਾਲ ਸਾਂਝੇ ਕਰਦੇ ਨੇ। ਇਹ ਪਾਵਨ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੇ ਪੰਨਾ ਨੰਬਰ 1399 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਇਸ ਪਾਵਨ ਸਵਈਏ ਦੇ ਅੰਦਰ ਸਾਨੂੰ ਇਸ ਗੱਲ ਬਾਰੇ ਸਮਝਾਉਂਦੇ ਨੇ ਕਿ ਮਨੁੱਖ ਦੀ ਜੀਵਨ ਦੇ ਵਿੱਚ ਗੁਰੂ ਤਬਦੀਲੀ ਕਿਵੇਂ ਲੈ ਕੇ ਆਉਂਦਾ ਹੈ। ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨ ਤੋਂ ਬਾਅਦ ਉਹ ਕਿਹੋ ਜਿਹਾ ਬਣ ਜਾਂਦਾ ਹੈ, ਉਹਦੀ ਕੀ ਕੀਮਤ ਰਹਿ ਜਾਂਦੀ ਹੈ। ਗੁਰੂ ਧਾਰਨ ਕਰਨ ਤੋਂ ਬਾਅਦ 'ਚ ਮਨੁੱਖ ਦਾ ਜੀਵਨ ਕਿੰਨਾ ਕੁ ਕੀਮਤੀ ਬਣ ਜਾਂਦਾ ਹੈ। ਜਦੋਂ ਅਸੀਂ ਇਸ ਪਾਵਨ ਸਵਈਏ ਦੇ ਪਾਠ ਦੇ ਆਰੰਭਲੇ ਬੋਲ ਅਸੀਂ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ, ਕੱਚੋਂ ਕੰਚਨ ਭਇਓ। ਕੱਚ ਹੁੰਦਾ ਹੈ, ਜਿਵੇਂ ਅਸੀਂ ਬਾਜ਼ਾਰ ਦੇ ਵਿੱਚ ਕੱਚ ਦੇ ਬਰਤਨ ਖਰੀਦਦੇ ਹਾਂ, ਉਹ ਘਰ ਵਿੱਚ ਆਣ ਕੇ ਸਾਡੇ ਘਰਾਂ ਦਾ ਸ਼ਿੰਗਾਰ ਬਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਜੀਵਨ ਵਿੱਚ ਆਉਣ ਨਾਲ ਇੰਨਾ ਵੱਡਾ ਫਰਕ ਪਿਆ ਵੀ ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੰਚਨ ਦਾ ਮਤਲਬ ਹੁੰਦਾ ਹੈ ਸੋਨਾ। ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਭੱਜ ਗਿਆ, ਪਰ ਸੋਨੇ ਦੀ ਭੱਜੀ ਹੋਏ ਦੀ ਵੀ ਕੀਮਤ ਹੈ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਬਰਬਾਦ ਹੋ ਗਿਆ, ਸੁੱਟ ਦਿੱਤਾ, ਪਰ ਸੋਨਾ ਕੁਠਾਲੀ ਵਿੱਚ ਪਿਆ ਹੋਇਆ, ਭਾਵੇਂ ਕਿ ਉਹਦਾ ਰੂਪ ਕੋਈ ਬਣਦਾ ਨਹੀਂ, ਭਾਵੇਂ ਕਿ ਸੋਨਾ ਕੋਈ ਅਜੇ ਗਹਿਣੇ ਦੀ ਸ਼ਕਲ ਵਿੱਚ ਤਿਆਰ ਨਹੀਂ ਕੀਤਾ ਗਿਆ, ਪਰ ਉਹਦੀ ਤਾਂ ਵੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਗੁਰੂ ਦੀ ਜਦੋਂ ਬੰਦੇ ਦੇ ਜੀਵਨ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਤੇ ਬੰਦੇ ਦਾ ਜੀਵਨ ਵੀ ਫਿਰ ਬੜਾ ਕੀਮਤੀ ਹੋ ਜਾਂਦਾ ਹੈ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਸੰਸਾਰ ਵਿੱਚ ਬੜੇ ਐਸੇ ਬੰਦੇ ਨੇ ਜਿਨ੍ਹਾਂ ਨੇ 80-90 ਸਾਲ ਦੀ ਉਮਰ ਭੋਗੀ ਹੁੰਦੀ ਹੈ, ਪਰ ਇੰਨੀ ਲੰਮੀ ਉਮਰ ਭੋਗਣ ਤੋਂ ਬਾਅਦ ਵੀ ਉਹ ਬੰਦੇ ਕਿਸੇ ਦੇ ਕੰਮ ਨਹੀਂ ਆਉਂਦੇ। ਤੇ ਕਈ ਵਾਰੀ ਬੰਦਾ ਤੁਹਾਡੇ ਚੋਂ ਭਾਵੇਂ ਸਰੀਰ ਕਰਕੇ ਕਿਤੇ ਦੂਰ ਚਲਾ ਜਾਵੇ, ਭਾਵੇਂ ਸਰੀਰ ਕਰਕੇ ਕਿਤੇ ਵਿਛੜ ਜਾਏ, ਪਰ ਤਾਂ ਵੀ ਉਸ ਬੰਦੇ ਦੇ ਕੀਤੇ ਹੋਏ ਨੇਕ ਕੰਮ ਤੇ ਪਰਉਪਕਾਰ ਜੀਵਨ ਦੇ ਵਿੱਚ ਸਦਾ ਹੀ ਉਹਦੀਆਂ ਅੱਖਾਂ ਦੇ ਸਾਹਮਣੇ ਵਾਪਰਦੇ ਰਹਿੰਦੇ ਨੇ। ਤਾਂ ਵੀ ਉਹਦੇ ਨੇਕ ਕੰਮ ਸਦਾ ਹੀ ਲੋਕ ਯਾਦ ਕਰਦੇ ਨੇ। ਬੜੇ ਐਸੇ ਬੰਦੇ ਤੁਹਾਨੂੰ ਸੰਸਾਰ ਦੇ ਵਿੱਚੋਂ ਮਿਲ ਜਾਣਗੇ। ਅੱਜ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਉਸ ਸਮੇਂ ਨੂੰ ਯਾਦ ਕਰਦਿਆਂ ਹੋਇਆਂ ਸਾਰੇ ਹੀ ਇੱਥੇ ਬੈਠੇ ਹਾਂ।
ਅਸੀਂ ਅੱਜ ਉਸ ਮਾਹੌਲ ਦੇ ਵਿੱਚ ਜਾਣਾ ਚਾਹਾਂਗੇ ਜਿਸ ਮਾਹੌਲ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਅੰਦਰ ਬੜੀ ਸੂਰਬੀਰਤਾ ਦੇ ਨਾਲ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਸੀ। ਜਦੋਂ ਵੀ ਸਾਧ ਸੰਗਤ ਤੇ ਰਾਤਾਂ ਆਉਂਦੀਆਂ ਨੇ ਤੇ ਇਹਨਾਂ ਰਾਤਾਂ ਵਿੱਚ ਜਿਉਂ-ਜਿਉਂ ਠੰਡ ਵੱਧਦੀ ਹੈ, ਜਿਉਂ-ਜਿਉਂ ਠੰਡ ਦਾ ਪਹਿਰਾ ਜਿਹੜਾ ਹੈ ਉਹ ਸਖਤ ਹੁੰਦਾ ਹੈ, ਕਰੜਾ ਹੁੰਦਾ ਹੈ, ਤੇ ਕਦੀ ਇਸ ਚੀਜ਼ ਨੂੰ ਮਹਿਸੂਸ ਕਰਕੇ ਵੇਖਿਓ ਵੀ ਸਾਡੇ ਕੋਲ ਅੱਜ ਕਿੰਨੀਆਂ ਸੁੱਖ ਸਹੂਲਤਾਂ ਮੌਜੂਦ ਨੇ, ਪਰ ਕੈਸਾ ਜਿਗਰਾ ਹੋਏਗਾ ਕਲਗੀਧਰ ਪਾਤਸ਼ਾਹ ਦਾ, ਕੈਸਾ ਜਿਗਰਾ ਹੋਏਗਾ ਮਾਤਾ ਗੁਜਰ ਕੌਰ ਦਾ, ਕੈਸਾ ਜਿਗਰਾ ਹੋਏਗਾ ਬਾਬਾ ਜ਼ੋਰਾਵਰ ਸਿੰਘ ਦਾ, ਬਾਬਾ ਫਤਿਹ ਸਿੰਘ ਦਾ, ਜਿਹੜੇ ਇੰਨੀਆਂ ਠਰਦੀਆਂ ਹੋਈਆਂ ਰਾਤਾਂ ਦੇ ਵਿੱਚ ਵੀ ਉਸ ਸਾਰੇ ਕਹਿਰ ਨੂੰ ਆਪਣੇ ਪਿੰਡੇ ਤੇ ਹੰਢਾ ਰਹੇ ਨੇ। ਬੜਾ ਔਖਾ ਕੰਮ ਹੈ, ਕਹਿਣਾ ਬਹੁਤ ਸੌਖਾ ਹੈ। ਦੁਨੀਆ ਦੇ ਵਿੱਚ ਹਰ ਕੋਈ ਬੰਦਾ ਕੰਮ ਕਰਦਾ ਹੈ, ਤੁਸੀਂ ਵੀ ਕੰਮ ਕਰਦੇ ਹੋ, ਹਰ ਇੱਕ ਬੰਦੇ ਦੀ ਆਪਣੀ ਕਿਰਤ ਹੈ, ਪਰ ਬੰਦਾ ਦੁਨੀਆ ਦੇ ਵਿੱਚ ਕੰਮ ਕਰਦਾ ਸਿਰਫ ਆਪਣੇ ਕਰਕੇ, ਆਪਣੇ ਨਿੱਜ ਕਰਕੇ। ਮੈਂ ਕੋਈ ਕਿਰਤ ਕਰਦਾ, ਮੈਂ ਆਪਣੇ ਨਿੱਜ ਕਰਕੇ ਕਰਦਾ, ਤੁਸੀਂ ਕੋਈ ਕਿਰਤ ਕਰਦੇ ਹੋ ਆਪਣੇ ਨਿੱਜ ਕਰਕੇ ਕਰਦੇ ਹੋ। ਪਰ ਜਿਹੜੀ ਕਿਰਤ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕੀਤੀ ਉਹ ਆਪਣੇ ਨਿੱਜ ਵਾਸਤੇ ਨਹੀਂ ਸੀ। ਉਹਨਾਂ ਨੇ ਜਿਹੜੀ ਕਿਰਤ ਕੀਤੀ ਹੈ ਉਹ ਆਪਣੇ ਵਾਸਤੇ ਨਹੀਂ ਸੀ, ਉਹ ਖਾਲਸਾ ਪੰਥ ਵਾਸਤੇ ਸੀ। ਉਸ ਖਾਲਸਾ ਪੰਥ ਦੇ ਵਿੱਚ ਅਸੀਂ ਆਉਂਦੇ ਹਾਂ, ਉਸ ਖਾਲਸਾ ਪੰਥ ਦੇ ਵਿੱਚ ਹਿੱਸੇਦਾਰੀ ਸਾਡੀ ਹੈ। ਜੇ ਅੱਜ ਅਸੀਂ ਗੁਰਦੁਆਰਿਆਂ ਵਿੱਚ ਬੈਠ ਕੇ ਉਹਨਾਂ ਦੀ ਵਿਚਾਰ ਕਰਦੇ ਹਾਂ ਤੇ ਇਹਦੇ ਵਿੱਚ ਉਹਨਾਂ ਦੀ ਕੀਤੀ ਹੋਈ ਕਿਰਤ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਅੱਜ ਜਿਸ ਰਾਤ ਨੂੰ ਅਸੀਂ ਮੁਖਾਤਬ ਹੋ ਕੇ ਸਾਧ ਸੰਗਤ ਇੱਥੇ ਬੈਠੇ ਹਾਂ, ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਉਹ ਕਿਲ੍ਹਾ ਛੱਡਿਆ ਸੀ ਜਿਹਨੂੰ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1665 ਈਸਵੀ ਦੇ ਵਿੱਚ ਬੜੇ ਪਿਆਰ ਨਾਲ ਵਸਾਇਆ ਸੀ। ਮੈਂ ਹਿਸਟਰੀ ਦੇ ਥੋੜ੍ਹਾ ਜਿਹਾ ਬੈਕ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਨੂੰ ਗੱਲ ਸੌਖੇ ਤਰੀਕੇ ਨਾਲ ਜਿਹੜੀ ਹੈ ਸਮਝ ਆ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਸਾਧ ਸੰਗਤ ਜੀਵਨ ਪੜ੍ਹੀਏ ਨਾ, ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਇੱਕ ਪੁਸਤਕ ਹੈ ਸਾਡੇ ਗੁਰਦੇਵ, ਉਹ ਪੁਸਤਕ ਦੀ ਭੂਮਿਕਾ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ। ਕਹਿੰਦੇ ਦੁਨੀਆ ਦੇ ਵਿੱਚ 3 ਤਰ੍ਹਾਂ ਦੇ ਮੁੱਖ ਤੌਰ ਤੇ ਲੋਕ ਹੁੰਦੇ ਨੇ, 3 ਤਰ੍ਹਾਂ ਦੇ। ਪਹਿਲੇ ਦੁਨੀਆ ਦੇ ਵਿੱਚ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦੇ ਬੜੇ ਮਹਾਨ ਸਨ, ਅਸੀਂ ਉਹਨਾਂ ਦੇ ਸੁਪੁੱਤਰ ਆ। ਕੁਝ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦਿਆਂ ਨੇ ਬੜੇ ਮਹਾਨ ਕੰਮ ਕੀਤੇ ਸਨ, ਅਸੀਂ ਅੱਗੇ ਜਾ ਕੇ ਉਹਨਾਂ ਦੇ ਵਾਰਸ ਹਾਂ। ਤੁਸੀਂ ਵੇਖੋ ਕਈ ਵਾਰੀ ਬੰਦਾ ਕਿਤੇ ਰੋਡ ਤੇ ਜਾ ਰਿਹਾ ਹੋਵੇ ਤੇ ਕੋਈ ਬੰਦਾ ਉਹਦੀ ਗੱਡੀ ਘੇਰ ਲਵੇ ਤੇ ਅਗਲਾ ਕਹਿੰਦਾ ਵੀ ਤੈਨੂੰ ਪਤਾ ਨਹੀਂ ਮੇਰਾ ਪਿਓ ਕਿੱਡੀ ਵੱਡੀ ਪੋਸਟ ਤੇ ਲੱਗਾ ਹੋਇਆ ਹੈ, ਕਿੱਡਾ ਉੱਚਾ ਅਹੁਦਾ ਹੈ ਉਹਦੇ ਕੋਲ। ਕਹਿੰਦਾ ਦੂਜੇ ਦੁਨੀਆ ਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਸ਼ਖਸੀਅਤ ਕਰਕੇ ਆਪ ਜਾਣੇ ਜਾਂਦੇ ਨੇ। ਦੂਜੇ ਦੁਨੀਆ ਤੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਕੰਮ ਕਰਕੇ ਆਪ ਜਾਣੇ ਜਾਂਦੇ ਨੇ, ਜਿਨ੍ਹਾਂ ਦਾ ਕੋਈ ਨਾਮ ਦੁਨੀਆ ਦੇ ਵਿੱਚ ਹੈ, ਜਿਨ੍ਹਾਂ ਨੂੰ ਦੁਨੀਆ ਉਹਨਾਂ ਦੇ ਨਾਮ ਕਰਕੇ ਜਾਣਦੀ ਹੈ। ਤੇ ਕਹਿੰਦੇ ਤੀਜੇ ਦੁਨੀਆ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਬੱਚਿਆਂ ਨੇ ਬੜਾ ਮਹਾਨ ਕੰਮ ਕੀਤਾ ਹੁੰਦਾ ਹੈ, ਜਿਹੜੇ ਫਕਰ ਨਾਲ ਕਹਿੰਦੇ ਨੇ ਉਹ ਜਿਹੜਾ ਇੰਨੀ ਦੂਰ ਖਲੋਤਾ ਹੋਇਆ ਮੇਰਾ ਬੱਚਾ ਜਿਹੜਾ ਸਟੇਜ ਤੇ ਸਨਮਾਨ ਲੈ ਰਿਹਾ, ਮੈਂ ਮਾਣ ਨਾਲ ਕਹਿ ਸਕਦਾ ਮੈਨੂੰ ਮਾਣ ਹੈ ਆਪਣੇ ਬੱਚੇ ਤੇ। ਤੀਜੇ ਦੁਨੀਆ ਤੇ ਉਹ ਲੋਕ ਨੇ ਜਿਹੜੇ ਆਪਣੀ ਔਲਾਦ ਤੇ ਮਾਣ ਕਰਦੇ ਨੇ। ਤੇ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਵਿੱਚ ਲਿਖਦੇ ਨੇ, ਕਹਿੰਦੇ ਤੁਸੀਂ ਤੱਕ ਕੇ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ, ਉਹਨਾਂ ਦੇ ਜੀਵਨ ਵਿੱਚ 3 ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਉਹਨਾਂ ਦੇ ਜੀਵਨ ਵਿੱਚ 3 ਚੀਜ਼ਾਂ ਮਿਲ ਜਾਣਗੀਆਂ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿੱਡੀ ਵੱਡੀ ਕੁਰਬਾਨੀ ਹੈ ਉਹਨਾਂ ਦੀ। ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਆਪਣਾ ਜੀਵਨ ਤੱਕ ਕੇ ਵੇਖ ਲਓ, ਪੂਰਾ ਜੀਵਨ ਉਹਨਾਂ ਦਾ 42 ਸਾਲ ਦੀ ਉਮਰ ਹੈ ਤੇ 42 ਸਾਲ ਦੀ ਉਮਰ ਦੇ ਵਿੱਚ 14 ਜੰਗਾਂ ਗੁਰਦੇਵ ਲੜਦੇ ਨੇ ਤੇ 14 ਦੀਆਂ 14 ਜੰਗਾਂ ਦੇ ਵਿੱਚੋਂ ਸਤਿਗੁਰੂ ਜਿੱਤ ਪ੍ਰਾਪਤ ਕਰਦੇ ਨੇ ਤੇ ਖਾਲਸਾ ਪੰਥ ਵਾਸਤੇ ਇੰਨੇ ਵੱਡੇ ਕਾਰਨਾਮੇ ਕਰ ਜਾਂਦੇ ਨੇ
ਇੰਨੀ ਵੱਡੀ ਇਨਕਲਾਬੀ ਉਸ ਸਮੇਂ ਦੇ ਵਿੱਚ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕਾਂ ਅੱਗੇ ਪੇਸ਼ ਕਰਦੇ ਨੇ, ਜਿਹਦਾ ਕਿ ਦੁਨੀਆ ਦੇ ਵਿੱਚ ਕੋਈ ਤੋੜ ਨਹੀਂ। ਤੇ ਤੀਜਾ ਤੱਕ ਕੇ ਵੇਖੋ, ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਸਾਹਿਬਜ਼ਾਦੇ 2 ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ 2 ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੁੰਦੇ ਨੇ। ਪਿਆਰਾ ਸਿੰਘ ਪਦਮ ਕਹਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਤੁਸੀਂ ਜਿਹੜਾ ਵੀ ਪਾਸਾ ਤੱਕੋਗੇ ਤੁਹਾਨੂੰ ਉਹ ਮੁਕੰਮਲ ਦਿਸੇਗਾ। ਉਹਨਾਂ ਦੇ ਜੀਵਨ ਵਿੱਚ ਕੋਈ ਊਣਤਾਈ ਨਹੀਂ ਸੀ। ਐਸੇ ਕਲਗੀਧਰ ਸਵਾਮੀ ਦਾ ਜਨਮ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਹੁਣ ਮੈਂ ਇਤਿਹਾਸ ਦੇ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਗੱਲ ਸੌਖੇ ਤਰੀਕੇ ਨਾਲ ਸਮਝ ਲੱਗ ਸਕੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ, ਆਪਣੇ ਪਿਤਾ ਦੇ ਸਾਹਮਣੇ ਲੜਦੇ ਨੇ ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਵੀ ਉਹਨਾਂ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਤੇ ਤੇਗ ਬਹਾਦਰ ਕਰ ਦਿੱਤਾ ਜਾਂਦਾ ਹੈ। ਬੜਾ ਵੱਡਾ ਲਕਬ ਹੈ ਸਤਿਗੁਰੂ ਨੂੰ ਜਿਹੜਾ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਪਰ ਤੁਸੀਂ ਥੋੜ੍ਹੀ ਜਿਹੀ ਇਸ ਗੱਲ ਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕਰਿਓ। ਅੱਜ ਤੱਕ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਵੀ ਤਸਵੀਰ ਹੱਥ ਵਿੱਚ ਫੜੀ ਹੋਈ ਤੇਗ ਵਾਲੀ ਨਹੀਂ ਵਿਖਾਈ ਦਿੱਤੀ ਹੋਏਗੀ। ਜਿੰਨੀਆਂ ਵੀ ਉਹਨਾਂ ਦੀਆਂ ਤਸਵੀਰਾਂ ਪ੍ਰਚਲਿਤ ਕੀਤੀਆਂ ਨੇ, ਸਾਰੀਆਂ ਤਸਵੀਰਾਂ ਸਿਰਫ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਵੀ ਸਤਿਗੁਰੂ ਭੋਰੇ ਵਿੱਚ ਬੈਠੇ ਰਹੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਲੰਮਾ ਸਮਾਂ ਤਪ ਕੀਤਾ। ਮੈਂ ਇਸ ਕਰਕੇ ਤੁਹਾਡੇ ਨਾਲ ਬੇਨਤੀ ਸਾਂਝੀ ਕਰ ਰਿਹਾ ਤਾਂ ਕਿ ਇਤਿਹਾਸ ਦੀ ਲੜੀ ਨੂੰ ਥੋੜ੍ਹਾ ਜਿਹਾ ਅਸੀਂ ਜੋੜ ਸਕੀਏ। ਜੇ ਅਸੀਂ ਉਹਨਾਂ ਰਾਤਾਂ ਤੱਕ ਪਹੁੰਚਣਾ ਹੈ, ਜੇ ਅਸੀਂ ਉਹਨਾਂ ਰਾਤਾਂ ਨੂੰ ਸੱਚੀ ਮਹਿਸੂਸ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਹਦੇ ਪਿਛੋਕੜ ਵਿੱਚ ਕੀ ਕੁਝ ਪਿਆ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਚੌਥਾ ਜੰਗ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਪੈਂਦੇ ਖਾਨ ਜਿਹੜਾ ਗੁਰੂ ਘਰ ਦੇ ਵਿੱਚ ਪਲਿਆ, ਛੋਟੇ ਹੁੰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਬੱਚੇ ਨੂੰ ਚੁੱਕਿਆ, ਉਹਨੂੰ ਪਾਲਿਆ ਤੇ ਇੱਥੋਂ ਤੱਕ ਧਰਮ ਦੀ ਇਜਾਜ਼ਤ ਦਿੱਤੀ। ਆਖਿਆ ਪੈਂਦੇ ਖਾਨ ਕੋਈ ਗੱਲ ਨਹੀਂ, ਤੂੰ ਗੁਰੂ ਘਰ ਵਿੱਚ ਪਲਿਆ ਹੈ, ਇੱਥੇ ਰਹਿੰਦਾ ਹੈ, ਪਰ ਜੇ ਤੇਰਾ ਧਰਮ ਹੈ ਨਮਾਜ਼ ਪੜ੍ਹਨਾ ਤੂੰ ਪੜ੍ਹ ਸਕਦਾ ਹੈ, ਤੈਨੂੰ ਕੋਈ ਰੋਕ ਨਹੀਂ, ਤੈਨੂੰ ਕਿਸੇ ਤਰ੍ਹਾਂ ਦਾ ਕਿਸੇ ਗੱਲ ਤੋਂ ਮਨਾਹੀ ਨਹੀਂ ਕੀਤੀ ਜਾਏਗੀ, ਤੂੰ ਨਮਾਜ਼ ਪੜ੍ਹ ਸਕਦਾ ਹੈ। ਤੇ ਪੈਂਦੇ ਖਾਨ ਇੱਕ ਮੁਸਲਮਾਨ ਸੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਪਲਿਆ, ਪਰ ਬੁੱਧੀ ਫਿਰ ਗਈ, ਮੱਤ ਪੁੱਠੀ ਹੋ ਗਈ। ਮੁਗਲ ਫੌਜਾਂ ਦੇ ਨਾਲ ਸਮਝੌਤਾ ਕਰਕੇ ਤੇ ਸਤਿਗੁਰੂ ਦੇ ਉੱਪਰ ਫੌਜਾਂ ਲੈ ਕੇ ਧਾਵਾ ਕਰ ਦਿੱਤਾ। ਜਦੋਂ ਘਮਸਾਣ ਦਾ ਜੰਗ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਜੰਗ ਦੇ ਵਿੱਚ ਬੜੀ ਸੂਰਬੀਰਤਾ ਦੇ ਜੌਹਰ ਵਿਖਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਜਦੋਂ ਮੈਦਾਨੇ ਜੰਗ ਵਿੱਚ ਅੱਖਾਂ ਨਾਲ ਲੜਦੇ ਹੋਏ ਵੇਖਦੇ ਨੇ ਤੇ ਆਖਦੇ ਨੇ, ਤੇਰਾ ਨਾਮ ਅੱਜ ਤੋਂ ਬਾਅਦ ਤਿਆਗ ਮਲਣੀ ਤੇਗ ਬਹਾਦਰ ਹੈ, ਤੂੰ ਤੇਗ ਦਾ ਧਨੀ ਹੈ। ਪਰ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸ ਤਰੀਕੇ ਦਾ ਵਿਖਾਇਆ ਗਿਆ ਜਿਵੇਂ ਉਹਨਾਂ ਨੇ ਭੋਰੇ ਵਿੱਚ ਬੈਠ ਕੇ ਲੰਮੀ ਤਪੱਸਿਆ ਕੀਤੀ ਹੋਵੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਤਾਂ ਕਿ ਅਸੀਂ ਥੋੜ੍ਹਾ ਜਿਹਾ ਨੇੜੇ ਜਾ ਸਕੀਏ। ਅੱਗੇ ਜਾ ਕੇ ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਿਰਾਏ ਸਾਹਿਬ ਦਾ ਸਮਾਂ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1644 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। 1644 ਤੋਂ ਬਾਅਦ ਸਿੱਖ ਪੰਥ ਦੀ ਵਾਗਡੋਰ ਗੁਰੂ ਹਰਿਰਾਏ ਸਾਹਿਬ ਸੰਭਾਲਦੇ ਨੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਨਾਰਸ ਦੀ ਧਰਤੀ ਤੋਂ ਇੱਕ ਵਿਦਵਾਨ ਪੰਡਤ ਆਉਂਦਾ ਹੈ ਜਿਹਦਾ ਸਿੱਖੀ ਦੇ ਨਾਲ ਬੜਾ ਗਹਿਰਾ ਤੇ ਬੜਾ ਡੂੰਘਾ ਸੰਬੰਧ ਹੈ। ਆਣ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੇਨਤੀ ਕਰਦਾ ਹੈ, ਆਖਿਆ ਮਹਾਰਾਜ ਸਾਡੇ ਇਲਾਕੇ ਵਿੱਚ ਕੋਈ ਪ੍ਰਚਾਰਕ ਭੇਜੋ ਤਾਂ ਕਿ ਸਾਡੇ ਇਲਾਕੇ ਵਿੱਚ ਲਗਾਇਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਬੂਟਾ ਵੱਧ ਫੁੱਲ ਸਕੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬੇਨਤੀ ਮੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਡਿਊਟੀ ਲਾਉਂਦੇ ਨੇ, ਜਾਓ ਤੁਸੀਂ ਉਹਨਾਂ ਸਥਾਨਾਂ 'ਤੇ ਜਾ ਕੇ ਪ੍ਰਚਾਰ ਕਰਕੇ ਆਓ ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਪਹੁੰਚ ਚੁੱਕੇ ਸਨ। ਹੁਣ ਇੱਥੇ ਇੱਕ ਇਤਿਹਾਸ ਦੀ ਬੇਨਤੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ। ਇਤਿਹਾਸ ਵਿੱਚ ਸਾਧ ਸੰਗਤ ਸਭ ਤੋਂ ਲੰਮਾ ਪੈਂਡਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਜਿਨ੍ਹਾਂ ਦੀਆਂ ਅਸੀਂ ਪ੍ਰਚਾਰ ਫੇਰੀਆਂ ਦਾ ਜ਼ਿਕਰ ਪੜ੍ਹਦੇ ਹਾਂ। ਤੇ ਦੂਜੇ ਨੰਬਰ 'ਤੇ ਸਭ ਤੋਂ ਲੰਮੇਰਾ ਪੰਧ ਇਤਿਹਾਸ ਵਿੱਚ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ।
ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵਿੱਚੋਂ ਗੱਲ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਜੇ ਨੰਬਰ ਤੇ ਐਸੇ ਗੁਰੂ ਹੋਏ ਨੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਲਾ ਕੇ ਸਿੱਖੀ ਦਾ ਪ੍ਰਚਾਰ ਪੂਰਬ ਦੇਸ਼ ਦੇ ਵਿੱਚ ਕੀਤਾ, ਪੂਰਬ ਦਿਸ਼ਾ ਵਾਲੇ ਪਾਸੇ। 1656 ਈਸਵੀ ਦੇ ਵਿੱਚ ਮਹਾਰਾਜ ਪਹਿਲੀ ਪ੍ਰਚਾਰ ਫੇਰੀ ਆਰੰਭ ਕਰਦੇ ਨੇ, ਆਪਣੇ ਪਰਿਵਾਰ ਦੇ ਨਾਲ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ, ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਪਹਿਲਾ ਨਾਮ ਮਾਤਾ ਗੁਜਰੀ ਸੀ, ਉਹ ਵੀ ਉਹਨਾਂ ਦੇ ਨਾਲ ਜਥੇ ਵਿੱਚ ਮੌਜੂਦ ਨੇ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ 1661 ਈਸਵੀ ਦੇ ਵਿੱਚ ਹੁੰਦਾ ਹੈ। 23 ਪੋਹ ਜਿਹੜੀ ਅੱਜ ਕੱਲ੍ਹ 5 ਜਨਵਰੀ ਨੂੰ ਆਉਂਦੀ ਹੈ, 1661 ਈਸਵੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਪਟਨਾ ਸਾਹਿਬ ਦੀ ਧਰਤੀ ਤੇ। ਸਤਿਗੁਰੂ ਆਪਣੀ ਜ਼ਿੰਦਗੀ ਦਾ ਪਹਿਲਾ ਸਮਾਂ ਉਸ ਧਰਤੀ ਤੇ ਬਤੀਤ ਕਰਦੇ ਨੇ। 7 ਸਾਲ ਦੀ ਉਮਰ ਹੁੰਦੀ ਹੈ। ਸਤਿਗੁਰੂ ਆਪਣੇ ਸਿੱਖਾਂ ਦੇ ਨਾਲ, ਆਪਣੀ ਮਾਤਾ ਦੇ ਨਾਲ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਆਉਂਦੇ ਨੇ, ਤੇ ਰਸਤੇ ਵਿੱਚ ਪਿੰਡ ਹੈ ਲਖਨੌਰ ਸਾਹਿਬ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ, ਤੇ ਸਤਿਗੁਰੂ ਜੀ ਦਾ ਨਾਨਕਾ ਪਰਿਵਾਰ ਉੱਥੇ ਵੱਸਦਾ ਸੀ। ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਆਪਣੇ ਨਾਨਕੇ ਪਰਿਵਾਰ ਦੇ ਪਿੰਡ ਵਿੱਚ ਆਉਂਦੇ ਨੇ। ਬੜਾ ਚਾਅ ਕੀਤਾ ਜਾਂਦਾ ਹੈ। ਪਹਿਲੀ ਵਾਰੀ ਨਾਨਕੇ ਪਰਿਵਾਰ ਦੇ ਵਿੱਚ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਈ ਹੋਈ ਸੰਗਤ ਦੇ ਸੰਬੋਧਨ ਹੁੰਦੇ ਨੇ, ਉੱਥੇ ਆਈ ਹੋਈ ਸੰਗਤ ਦੇ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਮਹਾਰਾਜ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਂਦਾ ਹੈ। 1664 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਗੁਰਤਾ ਗੱਦੀ ਆ ਜਾਂਦੀ ਹੈ। 1665 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ, ਜਿਹੜਾ ਉੱਥੋਂ ਦਾ ਸਾਰਾ ਪਹਾੜੀ ਇਲਾਕਾ ਹੈ, ਉਹਦੇ ਪੈਰਾਂ ਦੇ ਵਿੱਚ ਇੱਕ ਨਗਰ ਵਸਾਉਂਦੇ ਨੇ ਜਿਹਦਾ ਨਾਮ ਰੱਖਿਆ ਜਾਂਦਾ ਹੈ ਚੱਕ ਨਾਨਕੀ। ਚੱਕ ਨਾਨਕੀ ਨਾਮ ਉਹਨਾਂ ਨੇ ਇਸ ਕਰਕੇ ਰੱਖਿਆ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ। ਇਤਿਹਾਸ ਵਿੱਚ 2 ਨਾਨਕੀ ਨਾਮ ਦੀਆਂ ਔਰਤਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ। ਪਹਿਲੀ ਬੇਬੇ ਨਾਨਕੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭੈਣ ਸਨ, ਤੇ ਦੂਜਾ ਸੀ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ। 1665 ਵਿੱਚ ਨਗਰ ਵਸਾਇਆ ਜਾਂਦਾ ਹੈ। ਚੱਕ ਨਾਨਕੀ ਉਸ ਨਗਰ ਦਾ ਨਾਮ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਉਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੇਲੇ ਪ੍ਰਚਲਿਤ ਹੋ ਜਾਂਦਾ ਹੈ। ਸਤਿਗੁਰੂ ਪਹਿਲੀ ਜੰਗ ਆਪਣੀ ਭੰਗਾਣੀ ਦੀ ਲੜਦੇ ਨੇ। 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਤੇ ਪਹਿਲੀ ਜੰਗ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮਹਾਰਾਜ ਭੰਗਾਣੀ ਦੀ ਲੜਦੇ ਨੇ। ਹੁਣ ਇੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਬੜਾ ਐਸਾ ਘਟਨਾਕ੍ਰਮ ਵਾਪਰਿਆ ਜਿਹੜੀਆਂ ਅਸੀਂ ਅੱਜ ਇਹ ਰਾਤਾਂ ਦਾ ਜ਼ਿਕਰ ਕਰਦੇ ਹਾਂ। ਇਹਨਾਂ ਦੇ ਜਦੋਂ ਅਸੀਂ ਥੋੜ੍ਹਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਤੇ ਬੜਾ ਇੱਕ ਲੰਮਾ ਸਫ਼ਰ ਸਿੱਖੀ ਦਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੇ ਤੈਅ ਕੀਤਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਬਾਰ ਲੱਗਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ, ਆਣ ਕੇ ਬੇਨਤੀ ਕਰਦੇ ਨੇ, ਆਖਿਆ ਮਹਾਰਾਜ ਅਸੀਂ ਸਾਰੇ ਆਪਣੇ ਧਾਰਮਿਕ ਸਥਾਨਾਂ ਤੋਂ ਹੋ ਆਏ, ਜਗਨਨਾਥਪੁਰੀ ਵੀ ਹੋ ਆਏ, ਬਨਾਰਸ ਵੀ ਹੋ ਆਏ, ਜਿੰਨੇ ਵੀ ਸਾਡੇ ਧਾਰਮਿਕ ਸਥਾਨ ਸਨ ਸਾਰਿਆਂ ਤੋਂ ਹੋ ਆਏ, ਪਰ ਸਾਡੀ ਕਿਸੇ ਨੇ ਅਜੇ ਤੱਕ ਬਾਂਹ ਨਹੀਂ ਫੜੀ। ਦੱਸੋ ਕਿੱਥੇ ਜਾਈਏ? ਸਾਨੂੰ ਕੋਈ ਵੀ ਹੋਰ ਐਸਾ ਦਰ ਨਹੀਂ ਲੱਭਿਆ ਜਿੱਥੋਂ ਅਸੀਂ ਆਪਣੇ ਤੇ ਹੋ ਰਹੇ ਜ਼ੁਲਮਾਂ ਦਾ ਨਿਬੇੜਾ ਕਰ ਸਕੀਏ, ਆਪਣੇ ਤੇ ਹੋ ਰਹੇ ਜ਼ੁਲਮਾਂ ਨੂੰ ਕੱਟ ਸਕੀਏ। ਅਖੀਰ ਤੇ ਆਣ ਕੇ ਅਸੀਂ ਗੁਰੂ ਨਾਨਕ ਦੇ ਦਰ ਤੇ ਆਏ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਣ ਕੇ ਸਾਡੇ ਮਨ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ, ਅਸੀਂ ਇੱਥੋਂ ਅੱਜ ਸੁਰਖਰੂ ਹੋ ਕੇ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੱਸੋ ਤੁਹਾਡੀ ਕੀ ਸਮੱਸਿਆ ਹੈ? ਉਹਨਾਂ ਦੇ ਵਿੱਚ ਇੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਸ਼ਮੀਰ ਦੀ ਧਰਤੀ ਤੋਂ ਇੱਕ ਪੰਡਤ ਆਉਂਦਾ ਹੈ, ਉਹ ਉਹਨਾਂ ਸਾਰਿਆਂ ਦੀ ਅਗਵਾਈ ਕਰਦਾ ਹੈ। ਉਹ ਪੰਡਤ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗਾ ਮਹਾਰਾਜ ਬਿਪਤਾ ਇਹਨਾਂ ਤੇ ਇਹ ਹੈ ਵੀ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਹਨਾਂ ਤੇ ਬੜਾ ਅਤਿਆਚਾਰ ਕਰਦਾ, ਬੜਾ ਜ਼ੁਲਮ ਕਰ ਰਿਹਾ ਹੈ। ਇਹਨਾਂ ਦੇ ਆਏ ਦਿਨ ਧੱਕੇ ਦੇ ਨਾਲ ਜਨੇਊ ਉਤਾਰੇ ਜਾ ਰਹੇ ਨੇ, ਹੁਣ ਤੁਸੀਂ ਇਹਨਾਂ ਦੀ ਰੱਖਿਆ ਕਰ ਸਕਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ
ਜਾਓ ਜਾ ਕੇ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਤੁਸੀਂ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਇਸਲਾਮ ਮਤ ਵਿੱਚ ਤਬਦੀਲ ਕਰ ਲਓ, ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਵਾਂਗੇ। ਇਹ ਉਹਨਾਂ ਸਮਿਆਂ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਸੀ। ਹੁਣ ਤੁਸੀਂ ਅੰਦਾਜ਼ਾ ਲਾਓ, ਜਦੋਂ ਕਸ਼ਮੀਰੀ ਪੰਡਤਾਂ ਦਾ ਵਫਦ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਣ ਕੇ ਹਾਜ਼ਰ ਹੁੰਦਾ ਹੈ ਤੇ ਆਪਣੇ ਪੂਰੇ ਪੰਥ ਦਾ ਜਿੰਮਾ, ਆਪਣੀ ਪੂਰੀ ਕੌਮ ਦਾ ਜਿੰਮਾ, ਆਪਣੇ ਪੂਰੇ ਧਰਮ ਦਾ ਜਿੰਮਾ ਗੁਰੂ ਸਾਹਿਬ ਜੀ ਦੇ ਮੋਢਿਆਂ 'ਤੇ ਪਾ ਦਿੰਦਾ ਹੈ ਤੇ ਆਖਦਾ ਹੈ ਅਸੀਂ ਆਪਣਾ ਸਾਰਾ ਧਰਮ ਕਰਮ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ 'ਤੇ ਛੱਡ ਦਿੱਤਾ ਹੈ। ਔਰੰਗਜ਼ੇਬ ਨੂੰ ਚਿੱਠੀ ਭੇਜ ਦਿੱਤੀ ਜਾਂਦੀ ਹੈ, ਜਾਓ ਤੁਸੀਂ ਸਿੱਖਾਂ ਦੇ 9ਵੇਂ ਗੁਰੂ ਨੂੰ ਇਸਲਾਮ ਮਤ ਦੇ ਵਿੱਚ ਤਬਦੀਲ ਕਰ ਲਓ, ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਆ। ਇਹ ਉਹਨਾਂ ਦਾ ਵਿਸ਼ਵਾਸ ਸੀ ਗੁਰੂ 'ਤੇ, ਇਹ ਉਹਨਾਂ ਦਾ ਭਰੋਸਾ ਸੀ ਗੁਰੂ 'ਤੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਖਾਲਸਾ ਪੰਥ ਫੁੱਟਦਾ ਹੈ। 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਤੇ ਇੱਕ ਚੀਜ਼ ਨੂੰ ਇੱਥੇ ਸਾਧ ਸੰਗਤ ਹਮੇਸ਼ਾ ਯਾਦ ਰੱਖਿਓ, ਕੌਮ ਦੇ ਵਿੱਚ ਜਦੋਂ ਵੀ ਸ਼ਹੀਦੀਆਂ ਦਾ ਦੌਰ ਚੱਲਦਾ ਹੈ ਨਾ ਤੇ ਉਹਨਾਂ ਤੋਂ ਬਾਅਦ 'ਚ ਇੱਕ ਬੜਾ ਵੱਡਾ ਇਨਕਲਾਬ ਫਿਰ ਤੋਂ ਸਿਰਜਦਾ ਹੈ। ਇਹ ਸਿੱਖਾਂ ਦੀ ਇੱਕ ਬੜੀ ਵਿਲੱਖਣ ਗਾਥਾ ਰਹੀ ਹੈ। ਜੇ ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੌਜਵਾਨੀ ਦੀ ਮੰਗ ਕਰਦੇ ਨੇ ਤੇ ਆਖਦੇ ਨੇ ਸਾਰੇ ਨੌਜਵਾਨ ਇਸ ਸਥਾਨ 'ਤੇ ਇਕੱਠੇ ਹੋ, ਅਸੀਂ ਮੁਗਲਾਂ ਦੇ ਖਿਲਾਫ ਜ਼ੁਲਮ ਦਾ ਟਾਕਰਾ ਕਰਨਾ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਾਂ ਲੜਦੇ ਨੇ, ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ, ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਪਿੱਛੇ ਵਾਪਸ ਮੁੜਨਾ ਪੈਂਦਾ। ਇਹ ਸਿੱਖਾਂ ਦਾ ਸ਼ੁਰੂ ਤੋਂ ਇਤਿਹਾਸ ਰਿਹਾ ਹੈ। ਇੱਥੇ ਨਾਦਰ ਸ਼ਾਹ ਵਰਗੇ ਆਏ ਜਿਹੜੇ ਕਹਿੰਦੇ ਸੀ ਇੱਕ ਸਮੇਂ ਅਸੀਂ 2 ਮੁਲਕਾਂ ਦੇ ਉੱਪਰ ਆਪਣਾ ਰਾਜ ਕਾਇਮ ਕਰਾਂਗੇ, ਪਰ ਗੁਰੂ ਕੇ ਸਿੱਖਾਂ ਨੇ ਨਾਦਰ ਸ਼ਾਹ ਦੇ ਸੁਪਨਿਆਂ ਨੂੰ ਪੂਰਾ ਨਾ ਹੋਣ ਦਿੱਤਾ। ਦਿੱਲੀ ਤੋਂ ਅਜੇ ਵਾਪਸ ਜਾ ਰਿਹਾ ਸੀ, ਰਸਤੇ ਦੇ ਵਿੱਚੋਂ ਹੀ ਉਹਦੇ ਸਮਾਨ ਨੂੰ ਲੁੱਟਿਆ ਤੇ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਨੂੰ ਪੰਜਾਬ ਦੇ ਵਿੱਚੋਂ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਰਿਹਾ ਹੈ ਸਿੱਖਾਂ ਦਾ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਰਗੇ ਆਏ ਜਿਨ੍ਹਾਂ ਵੱਡਾ ਘੱਲੂਘਾਰਾ 1762 ਦੇ ਵਿੱਚ ਸਿੱਖਾਂ 'ਤੇ ਕਰਨ ਦੀ ਕੋਸ਼ਿਸ਼ ਕੀਤੀ। ਆਖਿਆ ਇੱਕ ਖੱਤਰੀ ਨੇ ਇਸ ਧਰਮ ਨੂੰ ਪੈਦਾ ਕੀਤਾ ਸੀ, ਹੁਣ ਮੈਂ ਇਸ ਧਰਮ ਨੂੰ ਖਤਮ ਕਰ ਦਿਆਂਗਾ, ਪਰ ਉਹਨਾਂ ਨੂੰ ਵੀ ਇੱਥੋਂ ਪੰਜਾਬ ਦੀ ਧਰਤੀ ਤੋਂ ਬਹੁਤ ਛੇਤੀ ਭੱਜਣ ਵਾਸਤੇ ਸਿੱਖਾਂ ਨੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਰਿਹਾ ਹੈ। ਸੋ ਖੈਰ ਮੈਂ ਇਸ ਵਿਸ਼ੇ ਦੇ ਵਿੱਚ ਨਹੀਂ ਜਾਵਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਬੜਾ ਵੱਡਾ ਇਨਕਲਾਬ ਸੀ। ਜਾਤਾਂ ਪਾਤਾਂ ਦੇ ਭੇਦਭਾਵ ਨੂੰ ਮਿਟਾਇਆ। ਜਿਹੜੇ ਲੋਕ ਇੱਕ ਦੂਜੇ ਤੋਂ ਛੂਆ ਛਾਤ ਕਰਕੇ ਨਫ਼ਰਤ ਕਰਦੇ ਸਨ, ਉਸ ਨਫ਼ਰਤ ਨੂੰ ਗੁਰੂ ਸਾਹਿਬ ਨੇ ਲੋਕਾਂ ਦੇ ਵਿੱਚੋਂ ਮੁਕਾਉਣ ਦੀ ਕੋਸ਼ਿਸ਼ ਕੀਤੀ। ਆਖਿਆ ਅੱਜ ਤੋਂ ਬਾਅਦ ਸਾਰੇ ਸਿੱਖ ਇੱਕ ਥਾਂ 'ਤੇ ਇਕੱਠੇ ਹੋ ਕੇ ਬੈਠਣਗੇ। ਭਾਵੇਂ ਕਿ ਇਹ ਸਿਧਾਂਤ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੜਾ ਲੰਮਾ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ, ਪਰ ਇਹਨੂੰ ਅਮਲੀ ਜਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਣ ਕੇ ਪਹਿਨਾਇਆ ਸੀ। ਜਦੋਂ ਖਾਲਸੇ ਨੂੰ ਆਖਿਆ ਸੀ ਸਾਰਿਆਂ ਨੇ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਪੀਣਾ ਹੈ, ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਣਾ ਹੈ। ਹੁਣ ਇਹ ਗੱਲ ਉਹਨਾਂ ਸਮਿਆਂ ਦੇ ਵਿੱਚ ਸੌਖੀ ਨਹੀਂ ਸੀ, ਕਿਉਂਕਿ 22 ਧਾਰ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਸਨ, ਉਹਨਾਂ ਦੇ ਵਿੱਚ ਇੱਕਦਮ ਇਸ ਗੱਲ ਤੋਂ ਖਲਬਲੀ ਮਚ ਗਈ। ਜਿਹੜੇ ਲੋਕ ਸਾਡੇ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੇ, ਅੱਜ ਉਹ ਲੋਕ ਸਾਡੇ ਸਾਹਮਣੇ ਹੱਥ ਵਿੱਚ ਤਲਵਾਰ ਫੜ ਕੇ ਸਾਡਾ ਮੁਕਾਬਲਾ ਕਰਨਗੇ। ਇਹ ਜਿਹੜੀਆਂ ਰਾਤਾਂ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾਂ ਰਾਤਾਂ ਨੂੰ ਅਸੀਂ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਉਹਨਾਂ ਚੀਜ਼ਾਂ ਦੀ ਪਿੱਠ ਭੂਮੀ ਵਿੱਚ ਪਈਆਂ ਹੋਈਆਂ ਨੇ। ਪਹਾੜੀ ਰਾਜਿਆਂ ਨੇ ਵਿਉਂਤ ਗੁੰਦੀ ਕਲਗੀਧਰ ਪਾਤਸ਼ਾਹ ਜੀ ਨੂੰ ਖਤਮ ਕੀਤਾ ਜਾਵੇ, ਅਨੰਦਪੁਰ ਸਾਹਿਬ ਦੇ ਨਗਰ ਨੂੰ ਉਜਾੜ ਦਿੱਤਾ ਜਾਏ, ਅਨੰਦਪੁਰ ਸਾਹਿਬ ਦੇ ਨਗਰ ਨੂੰ ਤਬਾਹ ਕਰ ਦਿੱਤਾ ਜਾਏ। ਇੱਕ ਮੀਟਿੰਗ ਹੋਈ ਪਹਾੜੀ ਰਾਜਿਆਂ ਦੀ, ਜਿਹਦੇ ਵਿੱਚ ਪੰਮਾ ਪ੍ਰੋਹਤ ਇੱਕ ਪੰਡਤ ਸੀ। ਉਹਨੇ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਿਆ ਕੀਤਾ। ਆਖਿਆ ਜੇ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਿਲਾਫ ਆਵਾਜ਼ ਨਾ ਉਠਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਜ ਇਸ ਧਰਤੀ ਤੋਂ ਖਤਮ ਹੋ ਜਾਏਗਾ। ਹੁਣ ਅੰਦਾਜ਼ਾ ਲਾਓ ਕਿੱਡੇ ਅਹਿਸਾਨ ਫਰਾਮੋਸ਼ ਲੋਕ ਸਨ
अजे कल दीयां गल्लां सन। गुरु तेग बहादुर साहब सच्चे पातशाह महाराज जी ने उन्होंने धर्म की रख्या वास्ते दिल्ली दे विच एड्डी वड्डी कुर्बानी दिती सी, पर भुल गए सारियां चीज़ां। जदों बहुत सारे पापी लोग एक थां ते इकट्ठे होंदे ने ते पाप करन वास्ते उन्हां दे विच साहस बड़ा वधदा है। सारे इकट्ठे हो गए, विਉਂਤ गुंदी आख्या गुरु गोबिंद सिंह साहब सच्चे पातशाह महाराज जी नूं खत्म किया जाए। आनंदपुर साहब का घेरा पै जाता है। ये पहला घेरा सी आनंदपुर साहब का, जिहदी मैं गल तुहाडे नाल सांझी कर रहा। आनंदपुर साहब नूं घेरा पाया जाता है। पातशाह जी ने आनंदपुर साहब दे सारे शहर का नगरां का निर्माण इस तरीके नाल कीता सी कि कोई भी बाहरों हमलावर इत्थे हमला करे तो किलियां दे विच बैठी हुई फौज उन्हां हमलियां दा डट के मुकाबला कर सके। आनंदपुर साहब दे विच गुरु गोबिंद सिंह साहब सच्चे पातशाह महाराज जी ने 5 किले बनाए सन, जिन्हां दे विच एक किला सी लोहगढ़ साहब दा। गुरु गोबिंद सिंह साहब सच्चे पातशाह महाराज लोहगढ़ के किले विच बैठे ने, सिख उन्हां दे नाल ने, पहाड़ी राजियां दे वल्लों घेरा पाया जाता है। इतिहास दसदा 7 दिन लोहगढ़ के किले नूं घेरा पिया रहिंदा है, पर पहाड़ी फौजां की इन्नी हिम्मत नहीं सी कि किले के अंदर जाके गुरु के सिखां का मुकाबला कर सकन। इन्नी हिम्मत नहीं सी उन्हां दे विच। अखीर ते पहाड़ी राजियां ने एक दिन विਉਂਤ गुंदी आख्या किन्ना क लम्मा समा असीं घेरा पाई रखांगे किले नूं, क्यों ना हमला कर दिता जाए। एक मस्त हाथी जिहदे मत्थे ते पूरा लोहा बन्निया होया सी, जिहदा पूरा पिंडा लोहे के कवच नाल ढकिया होया सी, उन्होंने नशे दे नाल गुट करके उन्होंने शराब पिया के किले के दरवाजे वाले पासे तोरिया गया। आख्या जदों मस्त हाथी जाके किले दियां कंधां दे विच टकराएगा, दरवाजे दे विच टकराएगा, टुट जाएगा तो साडियां पहाड़ी फौजां अंदर दाखिल हो जाणगियां। रात नूं ये सारी खबर गुरु के सिखां नूं पता लगी। गुरु गोबिंद सिंह साहब सच्चे पातशाह महाराज जी नूं एक सिख आण के आखदा है, कहण लगा गुरु साहब सुनिया पहाड़ी राजे विਉਂਤਾਂ गाउंद रहे ने, कल नूं उन्हां ने किले दे विच प्रवेश कर जाना है। एक मस्त हाथी तैयार किया है जिन्हों किले के दरवाजे दे विच मारिया जाएगा, उनके टक्कर मारी जाएगी, दरवाजा टुट जाएगा, अंदर दाखिल हो जाएंगे, असीं की करना है। गुरु गोबिंद सिंह साहब सच्चे पातशाह महाराज ने आख्या कोई गल नहीं, घबराउण की लोड़ नहीं, जे उन्हां दे कोल मस्त हाथी है तो मस्त हाथी साडे कोल भी हैगा। आख्या सतगुरु कौन? कहंदे दुनी चंद साडे कोल हैगा मस्त हाथी। तो इतिहास दसदा दुनी चंद वेखण नूं बड़ा मोटा सी, शरीर का बड़ा खुला सी, ते लंगरां दे विचों भी सुख नाल वाहवा ही प्रशादा दुनी चंद छकदा सी। आख्या दुनी चंद साडे कोल हैगा, कोई गल नहीं, जे उन्हां दे कोल हाथी है तो हाथी साडे कोल भी हैगा। हुण दुनी चंद बेचारा अंदरों कमज़ोर सी। जदों रात नूं ये गल सुनी सिखां दे कोलों भी दुनी चंद नूं गुरु साहब जिहड़ा वो तैयार कर रहे हैं, तो दुनी चंद अंदरों थोड़ा जिहा घाबर गया, डर गया, तो आसे पासे किले दे विच सिखां नूं आखदा, कहंदा गुरु साहब नूं की हो गया? कहंदे क्यों? कहंदा एक बंदे का मुकाबला हाथी दे नाल किदां हो सकदा है भला? एक जानवर है हाथी, उहदे विच किन्नी ताकत है, उहदे विच किन्ना जोर है, एक बंदा हाथी दे नाल मुकाबला कित्थों कर सकदा है? सारी रात मन विच डरदा रहा, कंबदा रहा अंदरों। सारी रात उहदे मन विच इहो विचार चलते रहे, मैं मस्त हाथी नाल मुकाबला किदां करांगा। ते अखीर ते कहंदे जदों रात का अखीरला पहर बचिया सी, दुनी चंद लोहगढ़ के किले की कंध टप के ते भज गया। मजीठे का रहने वाला सी, लोहगढ़ किले की कंध टप के ते भज गया। सवेर वेले सिखां ने जाके गुरु साहब जी नूं खबर दी, आख्या महाराज दुनी चंद रात का भज गया, हुण की कीता जाए, अगला हल की है? गुरु गोबिंद सिंह साहब सच्चे पातशाह महाराज ने आख्या कोई गल नहीं, हुण कौन जाके मस्त हाथी का मुकाबला करेगा? तो इतिहास में जिक्र आउंदा भाई बचित्र सिंह। तो साध संगत तुसी हैरान हो गए, भाई बचित्र सिंह वो सूरमा है जिन्हां दे पिता भाई मनी सिंह जी ने लाहौर दे विच बंद बंद कटवा लिया सी, पर सिख धर्म नहीं सी छड्डिया, सिक्खी नहीं सी आ रही। तो एक बेनती इत्थे मैं होर करदा जावां, क्योंकि असीं इन्हां रातां नूं अजे अपने पिंडे ते हंडाउणा है। भाई मनी सिंह जी दे 5 सपुत्र होए ने, 5 भाई बचित्र सिंह भी, भाई मदन सिंह भी, भाई अजब सिंह, भाई अजैब सिंह, 5 पुत्र भाई मनी सिंह दे होए ने।
ਤੇ 5 ਦੇ 5 ਪੁੱਤਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਨੇ, ਸਿਰਫ ਇੱਕ ਦਿਨ ਦੇ ਸਮੇਂ ਵਿੱਚ। ਇੱਕ ਪਰਿਵਾਰ ਦੇ 5 ਜੀ ਸਿਰਫ ਇੱਕ ਰਾਤ ਤੇ ਇੱਕ ਦਿਨ ਵਿੱਚ ਚਮਕੌਰ ਸਾਹਿਬ ਤੱਕ ਜਾਂਦਿਆਂ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ। ਕਿੱਡਾ ਵੱਡਾ ਇਨਕਲਾਬ ਹੈ। ਐਵੇਂ ਨਹੀਂ ਸੀ ਸਾਡੇ ਸਿਰ ਤੇ ਅੱਜ ਦਸਤਾਰਾਂ ਸੱਜੀਆਂ, ਇਹਦੇ ਵਾਸਤੇ ਸਿੱਖਾਂ ਨੇ ਸਿੱਖੀ ਦੀਆਂ ਨੀਹਾਂ ਦੇ ਵਿੱਚ ਆਪਣਾ ਖੂਨ ਡੋਲ ਕੇ ਤੇ ਇਹਦੇ ਉੱਪਰ ਆਪਣਾ ਮਹਿਲ ਉਸਾਰਿਆ ਸੀ। ਐਵੇਂ ਨਹੀਂ ਸੀ ਇਹ ਸਰਦਾਰੀਆਂ ਅੱਜ ਸਾਡੇ ਤੱਕ ਪਹੁੰਚੀਆਂ। ਐਵੇਂ ਨਹੀਂ ਅੱਜ ਸਟੇਜਾਂ ਦੇ ਉੱਪਰ ਇਹ ਗੱਲਾਂ ਕਰਨੀਆਂ ਪੈਂਦੀਆਂ ਵੀ ਜੇ ਸਰਹੰਦ ਦੀ ਧਰਤੀ ਤੇ ਜਾਣਾ ਤੇ ਸਾਹਿਬਜ਼ਾਦਿਆਂ ਦਾ ਰੂਪ ਬਣ ਕੇ ਜਾਇਓ। ਇਸੇ ਕਰਕੇ ਗੱਲਾਂ ਕੀਤੀਆਂ ਜਾਂਦੀਆਂ ਸਨ। ਭਾਈ ਬਚਿੱਤਰ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਹੈ ਤੇ ਭਾਈ ਬਚਿੱਤਰ ਸਿੰਘ ਆਖਿਆ ਮਹਾਰਾਜ ਮੇਰੇ ਹਿੱਸੇ ਸੇਵਾ ਲਾਓ, ਮੈਂ ਜਾ ਕੇ ਮੁਕਾਬਲਾ ਕਰਦਾ ਹਾਥੀ ਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਆਪਣੇ ਸੀਨੇ ਦੇ ਨਾਲ ਲਾਉਂਦੇ ਨੇ ਤੇ ਸੀਨੇ ਨਾਲ ਲਾਉਣ ਤੋਂ ਬਾਅਦ ਹੱਥ ਵਿੱਚ ਇੱਕ ਨਾਗਣੀ ਫੜਾਉਂਦੇ ਨੇ। ਆਖਿਆ ਇਸ ਨਾਗਣੀ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕਰਨਾ ਹੈ। ਉਧਰੋਂ ਪਹਾੜੀ ਰਾਜੇ ਆਪਣਾ ਹਾਥੀ ਕਿਲੇ ਵੱਲ ਨੂੰ ਤੋਰਦੇ ਨੇ, ਇਧਰੋਂ ਭਾਈ ਬਚਿੱਤਰ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਥਾਪੜਾ ਦਿੰਦੇ ਨੇ। ਵੇਖੋ ਸਿੱਖ ਦਾ ਗੁਰੂ ਤੇ ਸਾਧ ਸੰਗਤ ਵਿਸ਼ਵਾਸ ਕਿੱਡਾ ਵੱਡਾ ਹੈ, ਕਿੰਨਾ ਵਿਸ਼ਵਾਸ ਹੈ ਸਿੱਖ ਨੂੰ ਵੀ ਜੇ ਮੈਨੂੰ ਕਲਗੀਧਰ ਪਾਤਸ਼ਾਹ ਨੇ ਅੱਜ ਥਾਪੜਾ ਦਿੱਤਾ ਹੈ ਨਾ ਤੇ ਮੈਂ ਇੱਕ ਮਸਤ ਹਾਥੀ ਦਾ ਵੀ ਮੁਕਾਬਲਾ ਕਰ ਸਕਦਾ। ਤੇ ਤੁਸੀਂ ਅੱਜ ਦੇ ਸਿੱਖ ਦੇ ਵਿਸ਼ਵਾਸ ਦਾ ਉਸ ਵਿਸ਼ਵਾਸ ਦੇ ਨਾਲ ਕੰਪੈਰੀਜ਼ਨ ਕਰਕੇ ਵੇਖੋ, ਤੁਲਨਾ ਕਰਕੇ ਵੇਖੋ ਕਿੰਨਾ ਵੱਡਾ ਅੰਤਰ ਹੈ। ਅੱਜ ਤਾਂ ਮਾੜੀ ਮੋਟੀ ਕਿਤੇ ਸਾਨੂੰ ਮੁਸੀਬਤ ਪੈ ਜਾਵੇ ਤੇ ਅਸੀਂ ਉਸੇ ਵੇਲੇ ਤਾਨੇ ਮਿਹਣੇ ਗੁੱਸੇ ਗਿਲਾ ਸ਼ਿਕਵਾ ਕਿੰਨੀ ਛੇਤੀ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਤਾਂ ਗੁਰਦੁਆਰੇ ਵੀ ਰੋਜ਼ ਜਾਂਦਾ, ਪਤਾ ਨਹੀਂ ਰੱਬ ਨੇ ਸਾਨੂੰ ਆਹ ਕੁਝ ਕਿਉਂ ਨਹੀਂ ਦਿੱਤਾ, ਪਤਾ ਨਹੀਂ ਰੱਬ ਸਾਨੂੰ ਕਿਉਂ ਨਹੀਂ ਭਾਗ ਲਾਉਂਦਾ, ਪਤਾ ਨਹੀਂ ਰੱਬ ਦਾ ਸਾਡੇ ਨਾਲ ਕੀ ਵੈਰ ਹੈ। ਅਸੀਂ ਕਿਤੇ ਨਾ ਕਿਤੇ ਆਪਣਾ ਭਰੋਸਾ ਗੁਰੂ ਤੋਂ ਥਿੜਕਾ ਬੈਠੇ। ਪਰ ਭਾਈ ਬਚਿੱਤਰ ਸਿੰਘ ਨੂੰ ਗੁਰੂ ਤੇ ਕਿੱਡਾ ਵੱਡਾ ਭਰੋਸਾ ਹੈ। ਦੁਨੀ ਚੰਦ ਨੂੰ ਨਹੀਂ ਸੀ ਭਰੋਸਾ। ਦੁਨੀ ਚੰਦ ਕਹਿੰਦਾ ਸੀ ਮੈਂ ਨਹੀਂ ਮੁਕਾਬਲਾ ਕਰ ਸਕਦਾ, ਪਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਮੁਕਾਬਲਾ ਕਰਾਂ। ਬਚਿੱਤਰ ਸਿੰਘ ਜਦੋਂ ਕਿਲੇ ਦੇ ਵਿੱਚੋਂ ਬਾਹਰ ਨਿਕਲਦਾ ਹੈ, ਹੱਥ ਵਿੱਚ ਫੜੀ ਹੋਈ ਨਾਗਣੀ ਮਸਤ ਹਾਥੀ ਦੇ ਮੱਥੇ ਵਿੱਚ ਇਹੋ ਜਿਹੀ ਮਾਰੀ ਜਾਂਦੀ ਹੈ, ਉਹਦੇ ਮੱਥੇ ਤੇ ਬੰਨੇ ਹੋਏ ਤਵਿਆਂ ਨੂੰ ਚੀਰਦੀ ਹੋਈ ਉਹਦੇ ਸਿਰ ਵਿੱਚ ਧੱਸਦੀ ਹੈ ਤੇ ਦਰਦ ਦਾ ਮਾਰਿਆ ਪੀੜ ਦਾ ਮਾਰਿਆ ਹਾਥੀ ਜਦੋਂ ਪਿਛਾਂਹ ਨੂੰ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਲਤਾੜਦਾ ਹੋਇਆ ਪਿੱਛੇ ਨੂੰ ਭੱਜ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਵੀ ਭੱਜਣ ਵਾਸਤੇ ਮਜਬੂਰ ਕਰ ਦਿੰਦਾ ਹੈ। ਇਹ ਸੀ ਗੁਰੂ ਦੇ ਸਿੱਖ ਦਾ ਗੁਰੂ ਤੇ ਵਿਸ਼ਵਾਸ। ਤੇ ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਸਾਧ ਸੰਗਤ ਵਾਪਸ ਆਉਂਦਾ ਹੈ ਨਾ, ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਵਾਪਸ ਆਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਲੰਘ ਤੇ ਬੈਠੇ ਹੋਏ ਨੇ ਤੇ ਮੁਸਕਰਾਉਂਦੇ ਨੇ। ਆਖਿਆ ਬਚਿੱਤਰ ਸਿਆ ਭਜਾ ਆ ਹਾਥੀ। ਤੇ ਬਚਿੱਤਰ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ। ਆਖਿਆ ਮਹਾਰਾਜ ਹਾਥੀ ਭਜਾਉਣ ਵਾਸਤੇ ਕਿਹਾ ਸੀ, ਭਜਾ ਆ। ਜੇ ਕਿਤੇ ਤੁਸੀਂ ਕਿਹਾ ਹੁੰਦਾ ਵੀ ਹਾਥੀ ਨੇਜੇ ਤੇ ਟਾਂਕੇ ਲੈ ਕੇ ਆਉਣਾ ਤੇ ਨੇਜੇ ਤੇ ਟਾਂਕੇ ਮੈਂ ਤੁਹਾਡੇ ਚਰਨਾਂ ਵਿੱਚ ਆਣ ਕੇ ਲੈ ਆਉਣਾ ਸੀ। ਇੰਨਾ ਵਿਸ਼ਵਾਸ ਹੈ ਭਾਈ ਬਚਿੱਤਰ ਸਿੰਘ ਨੂੰ, ਇੰਨਾ ਭਰੋਸਾ ਹੈ ਗੁਰੂ ਤੇ। ਆਖਿਆ ਗੁਰੂ ਕਿਹਾ ਸੀ ਵੀ ਹਾਥੀ ਭਜਾਉਣਾ ਹੈ, ਭਜਾ ਆ। ਜੇ ਕਿਤੇ ਇਹ ਕਿਹਾ ਹੁੰਦਾ ਵੀ ਨੇਜੇ ਤੇ ਟਾਂਕੇ ਲੈ ਕੇ ਆਉਣਾ ਤੇ ਤੁਹਾਡੇ ਚਰਨਾਂ ਵਿੱਚ ਲਿਆਣ ਕੇ ਧਰ ਦੇਣਾ ਸੀ। ਇੰਨੇ ਵੱਡੇ ਸਿਰਲੱਥ ਯੋਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਅੱਜ ਜਿਸ ਰਾਤ ਨੂੰ ਅਸੀਂ ਮੁਖਾਤਬ ਹੋ ਕੇ ਬੈਠੇ ਹਾਂ, ਮੈਂ ਹੁਣ ਉਸ ਦੌਰ ਵਾਲੇ ਪਾਸੇ ਆਉਣਾ ਚਾਹਾਂਗਾ। 7 ਮਹੀਨੇ ਦਾ ਘੇਰਾ ਆਨੰਦਪੁਰ ਸਾਹਿਬ ਨੂੰ ਪਾਇਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਮਈ ਦੇ ਵਿੱਚ ਪਹਾੜੀ ਰਾਜਿਆਂ ਦੇ ਵੱਲੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ। ਤੇ ਪਹਾੜੀ ਰਾਜੇ ਕੌਣ ਸਨ? ਜਦੋਂ ਅਸੀਂ ਇਹਨਾਂ ਦਾ ਥੋੜ੍ਹਾ ਜਿਹਾ ਪਿਛੋਕੜ ਪੜ੍ਹਾਂਗੇ ਵੇਖਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਸਤਿਗੁਰੂ ਜੀ ਨੂੰ ਬੰਦੀ ਛੋੜ ਕਰਕੇ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਜਿਹੜੇ ਉੱਥੇ ਰਾਜੇ ਸਨ ਉਹਨਾਂ ਨੂੰ ਰਿਹਾ ਕਰਵਾਇਆ ਸੀ। ਉਹਨਾਂ 52 ਰਾਜਿਆਂ ਦੇ ਵਿੱਚੋਂ 12 ਰਾਜੇ ਉਹ ਸਨ ਜਿਹੜੇ ਇਹਨਾਂ ਪਹਾੜੀ ਰਿਆਸਤਾਂ ਦੇ ਵਿੱਚ ਰਾਜ ਕਰਦੇ ਸਨ। ਜਿਹੜੇ ਅਸੀਂ ਭੀਮ ਚੰਦ ਦਾ ਅਜਮੇਰ ਚੰਦ ਦਾ ਜ਼ਿਕਰ ਪੜ੍ਹਦੇ ਹਾਂ, ਜਿਹੜਾ ਕਹਿਲੂਰ ਰਿਆਸਤ ਦਾ ਰਾਜਾ ਸੀ, ਇਹਨਾਂ ਦਾ ਵੱਡਾ ਵਡੇਰਾ ਹੋਇਆ ਸੀ ਤਾਰਾ ਚੰਦ। ਉਸ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੀ ਉਸ ਕੈਦ ਵਿੱਚੋਂ ਆਜ਼ਾਦ ਕਰਵਾਉਂਦੇ ਨੇ। ਇਹ ਸੀ ਅਹਿਸਾਨ ਸਿੱਖਾਂ ਦਾ। ਪਰ ਅਹਿਸਾਨ ਫਰਾਮੋਸ਼ ਹੋ ਬੈਠੇ। ਸਾਰਿਆਂ ਨੇ ਵਿਉਂਤ ਗੁੰਦੀ। ਆਖਿਆ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਏ, ਗੁਰੂ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ।
ਗੁਰੂ ਸਾਹਿਬ ਆਪਣੀ ਤਾਕਤ ਵਧਾਉਂਦੇ ਜਾ ਰਹੇ ਨੇ, ਤੇ ਜੇ ਗੁਰੂ ਸਾਹਿਬ ਦੀ ਤਾਕਤ ਵਧਦੀ ਗਈ ਤੇ ਸਾਡਾ ਰਾਜ ਪੈਰਾਂ ਸਿਰ ਨਹੀਂ ਰਹੇਗਾ, ਸਾਡੇ ਪੈਰ ਇਸ ਜ਼ਮੀਨ ਤੋਂ ਉਖੜ ਜਾਣਗੇ। ਇੱਕ ਮੈਂ ਇੱਥੇ ਥੋੜ੍ਹੀ ਜਿਹੀ ਬੇਨਤੀ ਹੋਰ ਕਰਨੀ ਚਾਹਾਂਗਾ। ਸਿੱਖ ਪੰਥ ਦੇ ਇੱਕ ਬੜੇ ਦਾਨੇ ਤੇ ਬੜੇ ਸੁਲਝੇ ਹੋਏ ਢਾਡੀ ਹੋਏ ਨੇ ਗਿਆਨੀ ਸੋਹਣ ਸਿੰਘ ਸੀਤਲ। ਉਹਨਾਂ ਦੀ ਕਿਤਾਬ ਹੈ ਮਨੁੱਖਤਾ ਦੇ ਗੁਰੂ। ਬੜੀ ਕਮਾਲ ਦੀ ਗੱਲ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਾਰੇ ਲਿਖੀ ਹੈ। ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਜੰਗ ਭੰਗਾਣੀ ਦੀ ਪਹਾੜੀ ਰਾਜਿਆਂ ਨਾਲ ਹੁੰਦੀ ਹੈ, ਤੇ ਦੂਜੀ ਜੰਗ ਵਿੱਚ ਸਤਿਗੁਰੂ ਜੀ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਤੇ ਲਾਹੌਰ ਦਰਬਾਰ ਨੂੰ ਟੱਕਰ ਦਿੰਦੇ ਨੇ। ਹੁਣ ਬੜੀ ਹੈਰਾਨੀ ਦੀ ਗੱਲ ਹੈ ਵੀ ਪਹਿਲੀ ਜੰਗ ਪਹਾੜੀ ਰਾਜਿਆਂ ਦੇ ਵਿਰੋਧ ਵਿੱਚ ਤੇ ਦੂਜੀ ਉਹਨਾਂ ਦੇ ਹੱਕ ਵਿੱਚ ਲੜ ਕੇ, ਵੀ ਇਹ ਕਿੱਦਾਂ ਦੀ ਗੱਲ ਹੋਈ। ਫਿਰ ਉਹਨਾਂ ਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿੰਦੇ ਦੂਜੀ ਜੰਗ ਦੇ ਵਿੱਚ ਪਹਾੜੀ ਰਾਜੇ ਨਾ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ ਤੇ ਆਣ ਕੇ ਕਹਿਣ ਲੱਗੇ, ਸਤਿਗੁਰੂ ਜੀ, ਲਾਹੌਰ ਦਾ ਸੂਬੇਦਾਰ ਦਿਲਾਵਰ ਖਾਨ ਸਾਨੂੰ ਕਹਿੰਦਾ ਹੈ ਵੀ ਮਾਲੀਆ ਤਾਰਿਆ ਜਾਵੇ, ਤੇ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਵੀ ਅਸੀਂ ਮਾਲੀਆ ਲਾਹੌਰ ਦਰਬਾਰ ਨੂੰ ਦੇ ਸਕੀਏ। ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਅਸੀਂ ਲਾਹੌਰ ਦਰਬਾਰ ਨੂੰ ਮਾਲੀਆ ਤਾਰ ਸਕੀਏ, ਤੁਸੀਂ ਸਾਡੀ ਸਹਾਇਤਾ ਕਰੋ। ਦਿਲਾਵਰ ਖਾਨ ਫੌਜ ਲੈ ਕੇ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਨੁੱਖਤਾ ਦੇ ਗੁਰੂ ਸਨ। ਉਹ ਇਸ ਗੱਲ ਨੂੰ ਜਾਣਦੇ ਸਨ ਵੀ ਜੇ ਪਹਾੜੀ ਰਾਜੇ ਮਾਲੀਏ ਨੂੰ ਇਕੱਠੇ ਕਰਨਗੇ ਤੇ ਉਹਦਾ ਬੋਝ ਆਮ ਲੋਕਾਂ ਤੇ ਪਏਗਾ, ਆਮ ਜਨਤਾ ਪਰੇਸ਼ਾਨ ਹੋਏਗੀ, ਆਮ ਜਨਤਾ ਨੂੰ ਤੰਗ ਕੀਤਾ ਜਾਏਗਾ। ਆਮ ਜਨਤਾ ਦੇ ਹੱਕ ਵਿੱਚ ਖੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਪਹਾੜੀ ਰਾਜਿਆਂ ਦੀ ਮਦਦ ਕਰਦੇ ਨੇ, ਤੇ ਲਾਹੌਰ ਦਾ ਦਿਲਾਵਰ ਖਾਨ ਜਿਹੜਾ ਫੌਜਾਂ ਲੈ ਕੇ ਪਹਾੜੀ ਰਾਜਿਆਂ ਤੇ ਚੜ੍ਹ ਕੇ ਆਉਂਦਾ, ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਇਹ ਮਿਸਾਲ ਸੋਹਣ ਸਿੰਘ ਸੀਤਲ ਜੀ ਨੇ ਆਪਣੀ ਕਿਤਾਬ ਵਿੱਚ ਦਿੱਤੀ ਹੈ ਵੀ ਇਸੇ ਕਰਕੇ ਉਹਨਾਂ ਨੂੰ ਮਨੁੱਖਤਾ ਦੇ ਗੁਰੂ ਕਿਹਾ ਜਾਂਦਾ। ਗੁਰੂ ਸਾਹਿਬ ਦਾ ਕਿਸੇ ਇੱਕ ਧਰਮ ਦੇ ਨਾਲ ਵੈਰ ਨਹੀਂ ਹੈ, ਕਿਸੇ ਇੱਕ ਕੌਮ ਦੇ ਨਾਲ ਵੈਰ ਨਹੀਂ ਹੈ। ਮਤਾ ਇਹ ਸਮਝ ਲਿਓ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਟੱਕਰ ਲੈਣ ਵਾਲੇ ਸਾਰੇ ਦੇ ਸਾਰੇ ਮੁਸਲਮਾਨ ਨੇ ਤੇ ਇਸਲਾਮ ਦਾ ਸਿੱਖ ਧਰਮ ਵਿਰੋਧੀ ਹੈ। ਅੱਜ ਬੜੀਆਂ ਸਾਜ਼ਿਸ਼ਾਂ ਇੱਦਾਂ ਦੀਆਂ ਕੀਤੀਆਂ ਜਾ ਰਹੀਆਂ ਨੇ, ਅੱਜ ਬੜੀਆਂ ਐਸੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਨੇ। ਸਿੱਖੀ ਕਿਸੇ ਇੱਕ ਧਰਮ ਦੀ ਕਦੀ ਵਿਰੋਧੀ ਨਹੀਂ ਰਹੀ, ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ। ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਨਿਹੰਗ ਖਾਨ ਨੂੰ ਕਿੱਥੇ ਰੱਖੋਗੇ ਤੁਸੀਂ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਪੀਰ ਬੁੱਧੂ ਸ਼ਾਹ ਜੀ ਹੁਣੇ ਕਿੱਥੇ ਜਾਣਗੇ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਗਨੀ ਖਾਨ ਤੇ ਭਾਈ ਨਬੀ ਖਾਨ ਨੂੰ ਅਸੀਂ ਕਿੱਥੋਂ ਰੱਖਾਂਗੇ? ਮੈਂ ਇੱਕ ਦਿਨ ਥੋੜ੍ਹੇ ਦਿਨ ਪਹਿਲਾਂ ਇੱਕ ਪ੍ਰਚਾਰਕ ਦੀ ਵੀਡੀਓ ਸੁਣ ਰਿਹਾ ਸੀ ਤੇ ਉਹਨੇ ਆਪਣੀ ਵੀਡੀਓ ਦੇ ਵਿੱਚ ਬੋਲ ਕਹਿੰਦਾ ਆਪਣੀ ਬਾਂਹ ਨੂੰ ਤੁਸੀਂ ਤੇਲ ਲਾਓ ਤੇ ਉਹਨੂੰ ਤਿਲਾਂ ਦੇ ਵਿੱਚ ਪਾ ਦਿਓ, ਜਿੰਨੇ ਤਿਲ ਤੁਹਾਡੀ ਬਾਂਹ ਨੂੰ ਲੱਗ ਜਾਣ, ਜੇ ਇੱਕ ਮੁਸਲਮਾਨ ਇੰਨੀਆਂ ਕਸਮਾਂ ਵੀ ਖਾ ਲਵੇ ਤੇ ਤਾਂ ਵੀ ਉਸ ਬੰਦੇ ਤੇ ਵਿਸ਼ਵਾਸ ਨਾ ਕਰਿਓ। ਪਰ ਮੈਂ ਇੱਥੇ ਇੱਕ ਬੇਨਤੀ ਨੂੰ ਸਾਂਝੀ ਕਰਨੀ ਚਾਹਾਂਗਾ, ਸਿੱਖੀ ਕਿਸੇ ਧਰਮ ਦੀ ਵਿਰੋਧੀ ਨਹੀਂ। ਸਿੱਖੀ ਦੇ ਵਿੱਚ ਸਿਰਫ ਜ਼ੁਲਮ ਦਾ ਵਿਰੋਧ ਕੀਤਾ ਗਿਆ ਹੈ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਸਿੱਖ ਹੋਵੇ। ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਨਹੀਂ, ਕਿਸੇ ਇੱਕ ਧਰਮ ਦੇ ਨਾਲ ਸਾਡਾ ਕੋਈ ਝਗੜਾ ਨਹੀਂ ਸੀ। ਜੇ ਸਾਡਾ ਮੁਸਲਮਾਨਾਂ ਨਾਲ ਝਗੜਾ ਹੁੰਦਾ ਤੇ ਭਾਈ ਗਨੀ ਖਾਨ ਤੇ ਭਾਈ ਨਬੀ ਖਾਨ ਨੂੰ ਸਿੱਖ ਪੰਥ ਕਿਉਂ ਸਤਿਕਾਰਦਾ? ਜੇ ਕਿਸੇ ਇੱਕ ਮਜ਼ਹਬ ਦੇ ਨਾਲ ਰੌਲਾ ਹੁੰਦਾ ਤੇ ਭਾਈ ਮੋਤੀ ਰਾਮ ਮਹਿਰੇ ਨੂੰ ਅਸੀਂ ਅੱਜ ਤੱਕ ਯਾਦ ਕਿਉਂ ਕਰਦੇ? ਜੇ ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਹੁੰਦਾ ਤੇ ਸਾਈਂ ਮੀਆਂ ਮੀਰ ਜੀ ਨੂੰ ਸਿੱਖ ਸਤਿਕਾਰ ਦੇ ਨਾਲ ਕਿਉਂ ਬੁਲਾਉਂਦੇ? ਉਹ ਵੱਖਰੀ ਗੱਲ ਹੈ ਵੀ ਸਾਨੂੰ ਇੱਕ ਧਰਮ ਦੇ ਨਾਲ ਜੋੜ ਕੇ ਤੇ ਇੱਕ ਧਰਮ ਦਾ ਵਿਰੋਧ ਕਰਕੇ ਵਿਖਾਇਆ ਜਾ ਰਿਹਾ ਜਿਵੇਂ ਸਿੱਖੀ ਇਸਲਾਮ ਦੀ ਕੱਟੜ ਵਿਰੋਧੀ ਹੋਵੇ। ਇੱਥੇ ਸੁਚਾਨੰਦ ਵਰਗੇ ਵੀ ਦੋਸ਼ੀ ਨੇ, ਇੱਥੇ ਗੰਗੂ ਵਰਗੇ ਵੀ ਦੋਸ਼ੀ ਨੇ, ਭਾਵੇਂ ਉਹ ਕਿਸੇ ਧਰਮ ਦੇ ਨਾਲ ਵੀ ਸੰਬੰਧ ਰੱਖਦੇ ਹੋਣ, ਭਾਵੇਂ ਉਹਨਾਂ ਦਾ ਧਰਮ ਕੋਈ ਹੋਵੇ, ਉਹਨਾਂ ਦੀ ਜਾਤ ਕੋਈ ਹੋਵੇ। ਤੇ ਸਿੱਖੀ ਦੇ ਵਿੱਚ ਸਿਰ ਤੇ ਪੱਗ ਬੰਨ੍ਹਣ ਵਾਲੇ ਜਿਨ੍ਹਾਂ ਨੇ ਜੂਨ 1984 ਤੋਂ ਬਾਅਦ ਸਿੱਖਾਂ ਦੇ ਘਾਣ ਕੀਤਾ, ਸਿੱਖਾਂ ਦੇ ਉਹ ਵੀ ਜ਼ਾਲਮ ਨੇ, ਕਾਤਲ ਨੇ। ਸਿੱਖ ਪੰਥ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਤੁਸੀਂ ਵੇਖ ਲਓ, ਪੰਜਾਬ ਦਾ ਮੁੱਖ ਮੰਤਰੀ ਸੀ ਜਿਹਨੇ ਸਿੱਖਾਂ ਦੇ ਉੱਪਰ ਇੱਕ ਬੜਾ ਲੰਮਾ ਸਮਾਂ ਤਸ਼ੱਦਦ ਕੀਤਾ, ਨੌਜਵਾਨ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ ਗਿਆ। ਸਾਡੇ ਵਾਸਤੇ ਤਾਂ ਉਹ ਵੀ ਦੋਸ਼ੀ ਨੇ। ਸਿੱਖੀ ਕਿਸੇ ਇੱਕ ਧਰਮ ਦੀ, ਇੱਕ ਮਜ਼ਹਬ ਦੀ, ਇੱਕ ਫਿਰਕੇ ਦੀ ਕਦੀ ਵਿਰੋਧੀ ਨਹੀਂ। ਸਿੱਖੀ ਨੇ ਹਮੇਸ਼ਾ ਆਵਾਜ਼ ਉਠਾਈ ਹੈ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਜਾਂਦਾ ਹੈ ਮਈ 1704 ਦੇ ਵਿੱਚ। ਉਸ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਜਿੰਨੇ ਵੀ ਨਗਰ ਦੇ ਬਾਕੀ ਰਹਿਣ ਵਾਲੇ ਲੋਕ ਸਨ, ਸਾਰਿਆਂ ਨੂੰ
ये बेनती की, आख्या तुसी नगर छड्ड के चले जाओ, हुण बड़ा औखा ते बड़ा बिखम समा अज साडे ते आउण वाला है। 1 महीना 2 महीने 7 महीने लगातार लंघ जाते हैं। एक दिन आउंदा है, पहाड़ी राजियां दे वल्लों कसमां खाधियां जांदियां ने, आख्या जाता है सतगुरु तुसी एक बार किले नूं छड्ड के चले जाओ, साडी रह आ जाऊगी, असी दुनिया दे विच लोकां नूं मूँह विखाउण जोगे हो जावांगे भी असी भी कुछ कीता है। जे असी इतना उठ के चले गए तो लोगों कहना 7 महीने बैठ के तुसी गुरु का कुछ नहीं बिगाड़ सके, 7 महीने इत्थे बैठ के तुसी गुरु नूं परेशान नहीं कर सके। एक बारी तुसी किला छड्ड के चले जाओ, एक बारी तुसी किला खाली, बाद विच भावें फिर आण के आनंदपुर साहब वस जाना। गुरु गोबिंद सिंह साहब सच्चे पातशाह महाराज जी नूं सिख आण के सारी विथिया दसदे ने ते सतगुरु गुरु गोबिंद सिंह साहब सच्चे पातशाह महाराज अपने चेहरे तो मुस्कुराते हुए आखते ने, कहन लगे तुसी इन्हां ते विश्वास कर सकते हो, ये भरोसेयोग ने। ते सिखां ने कहा महाराज पहाड़ी राजे गऊ दियां कसमां खा रहे ने ते इस्लाम वाले कुरान दियां कसमां खा खा के कुरान उन्होंने साडे हाथ विच भेजी है ते आखते ने किला खाली कर दो। पातशाह जी कहते धोखा कर रहे हैं। सिख कहते पातशाह जी तुहानूं किदां पता है? सतगुरु कहते हुणे अजमा के वेख लैने आ। आनंदपुर साहब की धरती तो कलगियां वाले पातशाह जी ने कुछ गड्ढे तैयार किए, कुछ खचरां तैयार कीतियां ते उन्हां ते टुੱਟਾ भज्जिਆ जिहड़ा आनंदपुर दे विच बाकी दा समान सी वो लद्या। 5-7 गड्ढे तैयार करके खचरां तैयार करके उन्हां दे उपर कपड़ा पा के जिवें एक पूरी वहीर किले तो बाहर जा रही है, इस शक्ल दे विच उन्हां सारिआं नूं किले तो बाहर भेजिया गया। पहाड़ी राजिਆਂ ਨੂੰ ਜਦੋਂ इस गल का पता लगा भी गुरु गोबिंद सिंह साहब सच्चे पातशाह महाराज किला छड्ड के आ रहे हैं तो एकदम टुट के उन्होंने गड्डियां के उपर उन्होंने हमला कर दिता। ਜਿਹੜੇ सिख उन्होंने गड्डियां के नाल गए सन वो फिर आनंदपुर साहब आनंदगढ़ के किले विच वड़ जाते हैं। तो जदों पहाड़ी राजिਆਂ ਨੂੰ पता लगता है भी इन्हां गड्डियां ਦੇ ਵਿੱਚ ਤਾਂ टुੱਟਾ ਭੱਜਾ समान सी, उन्होंने फिर नमोशी का सामना करना पैंदा। वो फिर एक बार गुरु गोबिंद सिंह साहब सच्चे पातशाह महाराज जी के सामने हार जाते हैं। उस तो बाद समा होर लंघदा है। अखीर ते सिखां ने आण के गुरु गोबिंद सिंह साहब सच्चे पातशाह महाराज जी नूं बेनती की, सतगुरु जी किला छड्ड दिता जाए क्योंकि साडे कोल खाण वास्ते कोई बहुता समान नहीं बचिया, तन ते पाउण वास्ते कपड़े भी नहीं, उपरों सर्दी भी लोड़े दी है, उपरों सर्दी ने पूरा अपना कहर ढाया होया है, सानू हुण ये किला खाली कर देना चाहिए है। पहाड़ी राजे भी कहते हैं एक बार किला खाली कर दो साड़ी रह आ जाऊगी, असी लोगों के विच मूँह विखाउण जोगे हो जावांगे। कलगीधर पातशाह जी ने अज की जिहड़ी रात असी मुखातब होकर सारे बैठे हैं, अज की रात कलगीधर पातशाह जी ने उस आनंदपुर साहब के किले नूं खाली करन बारे अपने सिखां दे नाल विचार कीती ते इतिहास दसदा है। गुरु गोबिंद सिंह साहब सच्चे पातशाह महाराज आनंदपुर दीआं उन्हां गलियां दे विच अज की रात चक्कर लाउंदे ने ते आले दुआले बड़े गौर दे नाल तक रहे ने। जिहड़ा आनंदपुर शहर कलगीधर पातशाह दे पिता गुरु तेग बहादुर साहब सच्चे पातशाह महाराज जी ने बड़ी रीझ नाल वसाया सी, जिथे रौनकां लगदियां सन, जिथे महल्ले निकलते सन, जिथे आनंदपुर दीआं गलियां बाजारां दे विच बच्चे खेडते सन, अज वो आनंदपुर शहर सारा खाली पिया है। आनंदपुर दीआं कंधां भी रो रही ने भी अज कलगीधर पातशाह गुरु गोबिंद सिंह साहब सच्चे पातशाह महाराज जी ने सदा वास्ते आनंदपुर नूं छड्ड के चले जाना है। सारा शहर खाली पिया है। सिख उन्हां दे नाल ने, बड़ा औखा समा है, बड़ा बेखम समा है। आनंदपुर साहब जदों तुसीं जाओ उत्थे गुरु तेग बहादुर साहब सच्चे पातशाह महाराज जी की याद विच एक गुरुद्वारा बनिया सीसगंज, जिथे गुरु तेग बहादुर साहब सच्चे पातशाह महाराज जी के सीस का संस्कार किया गया सी। भाई जैता जी दिल्ली तो सीस लैके आनंदपुर साहब की धरती ते आए सन। कलगियां वाले पातशाह उस स्थान ते जाते हैं, अपने पिता के अगे नमस्कार की जाती है, अरजोई की जाती है। उस स्थान ते जाके महाराज अरदास करते हैं, अज तो बाद मैं आनंदपुर शहर नूं छड्ड के सदा वास्ते तुर जाना है। अज की रात वो रात सी जिस दिन तो बाद कलगियां वाले पातशाह कभी आनंदपुर साहब की धरती ते वापस परत के नहीं आए। अज असी उस रात नूं मुखातब होकर बैठे हैं। गुरु गोबिंद सिंह साहब सच्चे पातशाह महाराज उच्ची आवाज़ दे विच आनंदपुर साहब की धरती तो एक होका मारते ने, आख्या
साढ़े जाण तो बाद जिहड़ा मेरे गुरु पिता का अस्थान है सीसगंज, इहदी सेवा संभाल अज तो बाद कौन करेगा। वैसे एक बेनती इत्थे मैं छोटी जी होर कर दियां, थोड़ी जी विषय तो हट के है। गंज का मतलब हुंदा है खजाना, सीस का मतलब हुंदा है सिर। जिथे शहीदां दे सिरां दा खजाना लग्या होवे उहनूं कहा जाता है सीसगंज। जे गुरु ने सीसगंज उसारे ने, जे गुरु ने रकाबगंज उसारे ने, तो गुरु के सिख भी इस बोल तो कभी पिछे नहीं हटे। गुरु के सिखा ने शहीदगंज उसार के दुनिया के सामने बड़ा वड्डा पूरना पाया। लाहौर की धरती पर जाओ, गुरुद्वारा सिंह सिंघणियां शहीदगंज बनया होया है। जे एक गुरु शहीद होंदा है तो उहदे वास्ते अगे आने वाले हज़ारां ही सिख शहीदां की कतार दे विच खड़े हो जाते हैं। ये सिखां दा इतिहास रहा है। जे गुरु अर्जन साहब सच्चे पातशाह महाराज जी की शहादत होंदी है तो माझे के पिंडां विचों लखां ही नौजवान खड़े हो जाते हैं, पातशाह तुहाडे तो पहलां असीं मैदाने जंग दे विच लड़ के शहीदी का जाम पीवांगे। गुरु गोबिंद सिंह साहब सच्चे पातशाह महाराज आवाज़ लगाउंदे ने, किहड़ा सिख आनंदपुर साहब की धरती ते इस स्थान की सेवा करेगा। एक उदासी सिख उठता है जिहदा नाम इतिहास में आउंदा गुरबख्श दास। उदासी सिख सी, खंडे बाटे की पौल नहीं सी लई। गुरबख्श दास उस सिख का नाम इतिहास में मिलता है। उची आवाज़ करके कहन लगा, महाराज इस आनंदपुर साहब के किले की सेवा अज तो बाद मैं करांगा, तुहाडे गुरु पिता जी के स्थान पर मैं रवांगा। पर मैं एक तुहाडे अगे तरला करदा, मेरी बेनती है तुहाडे अगे, मैनू इस धरती ते इस थां ते कोई नहीं जानता। हुण तुसीं भी सारिਆਂ ने इस थां नूं छड्ड के चले जाना, मैं तुहाडे तो बाद किद्दां रवांगा, मैं किहदे आसरे अपना जीवन बतीत करांगा। मेरे कोल तां खाण वास्ते भी कुछ नहीं, रहण वास्ते कुछ नहीं, पाउण वास्ते कुछ नहीं। मैं तुहाडे सिखां तो बिना, गुरु जी तुहाडे तो बिना किद्दां रवांगा इस धरती ते। ते कलगियां वाले पातशाह ने उस गुरबख्श उदासी नूं अपने सीने दे नाल लाया, आख्या अज तो बाद मेरे दर्शन करने होण ते कोई भी साबत सूरत तेरे अगे आ जाए उहदे विचों तू मेरे दर्शन कर सकता है। जिन्हों असीं इतिहास के बोलों विचों इस तरीके नाल भी पढ़ते हैं, आत्मा ग्रंथ विच ते शरीर पंथ विच, तू खालसा पंथ विचों मेरे दर्शन करेगा। एक गड्ढा सतगुरु जी ने उस गुरबख्श दास उदासी नूं दिता। उन्होंने उदासी नूं एक गड्ढा दे के गुरु गोबिंद सिंह साहब सच्चे पातशाह महाराज अपने सिखां दे समेत अज दी इस रात नूं 3 जथियां दे विच मुख रूप दे विच सारी पलटन नूं वंडिया जांदा है। एक जथे दे विच भाई मनी सिंह, गुरु गोबिंद सिंह साहब सच्चे पातशाह महाराज जी दे महल माता सुंदर कौर जी, माता जीतो जी। दूजे जथे दे विच बजुर्ग माता गुजर कौर जी, छोटे साहबजादे जिन्हां दी कमांड साहबजादा अजीत सिंह दे कोल सी। अते अगले जथे दे विच गुरु गोबिंद सिंह साहब सच्चे पातशाह महाराज आप ते उन्हां दे नाल भाई उदय सिंह जी। जदों अज दी रात सारे सिखां ने इस गल ते विचार कीती ते विचार करन तो बाद सतगुरु ने अज दी रात आनंदपुर साहब दे किले छड्डण दा फैसला कीता। रात दा जदों 12-1 दा पहर वजदा है, कलगीधर पातशाह ने अपने सिखां समेत आनंदगढ़ दे किले दे विचों अपने पूरे जथे नूं रवाना किया ते सारिਆਂ नूं इशारा किया, तुसीं कीरतपुर साहब की धरती ते जाना है। कीरतपुर साहब की धरती वाले पासे नूं सारी जिहड़ी वहीर है वो चल पैंदी है ते वहीर दे नाल नाल सारे सिख भी आपो अपने जथियां दे विच तुर पैंदे ने, क्योंकि रात दा समा सी। पहाड़ी राजे ते जिहड़ियां फौजां ने घेरा पाया सी वो भी सुते हुए सन, कुछ क सिपाही जागदे सन। जदों उन्हां नूं इस गल दा पता लगा तो वह भी कलगीधर पातशाह जी के मगर मगर आनंदपुर साहब की धरती तो कीरतपुर साहब वाल नूं जिहड़े ने वो चल पैंदे ने। जिहड़ी अज दी रात है गुरु गोबिंद सिंह साहब सच्चे पातशाह महाराज आनंदगढ़ के किले नूं छड्ड के, उस आनंदा दी पुरी नूं छड्ड के सदा वास्ते आनंदपुर साहब की धरती तो तुर जाते हैं। लगभग 4 साल के करीब गुरु गोबिंद सिंह साहब सच्चे पातशाह महाराज अपना जीवन पंध आनंदपुर नूं छड्डण तो बाद बतीत करते हैं। पर वो दिन नहीं आया उस तो बाद जिदन कलगीधर पातशाह उस आनंदपुर साहब की धरती ते आके अपने साहबजादियां दे उन्हां कौतकां नूं वेख सकण, अपने सिखां दे उन्हां महल्लिਆਂ नूं वेख सकण, आनंदपुर साहब की धरती ते आण के वो कौतक फिर तो वेख सकण जिहड़े आनंदपुर साहब की धरती ते पहलां लगदे सन। उस समा उस तो बाद वापस नहीं परतिया। गुरु गोबिंद सिंह साहब सच्चे पातशाह महाराज
आनंदपुर साहब की धरती तो चल के सरसा नदी दे पहुँचते हैं। पहाड़ी फौजां एहसान फरामोश हो के पिछों हमला करदियां ने ते हमला करन तो बाद गुरु साहब जी का परिवार अगों 3 हिस्सों में वंडिया जाता है। वो 3 हिस्सों में गुरु साहब जी का परिवार कित्थे तक जाता है, इस गल की विचार असी कल के दीवान में जिहड़ी है श्रवण करने का यतन करांगे। अज सिर्फ असी इतिहास की इस लड़ी तक पहुँचे हैं भी गुरु गोबिंद सिंह साहब सच्चे पातशाह महाराज जदों आनंदपुर साहब के किले नूं छड्डदे ने, कदी उस सारे सीन नूं अपने पिंडे ते महसूस करके वेखियो भी किद्दां दा वो भयानक वक्त, किद्दां दा वो भयानक दौर, किद्दां दा वो भयानक समा होएगा जिन्हां समयां दे विच महाराज ने आनंदपुर नूं छड्डिया होएगा। दुनिया के लोग जाते हैं अपने घर नूं छड्ड के कुछ कमाउण वास्ते, ते आस हुंदी है मैं कमा के 4 पैसे इकट्ठे करके अपने घर वापस आवांगा। तुसीं अपने घर नूं छड्ड के अज इत्थों तक आए हो, तुहानूं आस है असीं गुरुद्वारे तो अपने घर चले जाना है, पर अज दी रात कलगीधर पातशाह ने आनंदपुर के किले नूं छड्डिया। कोई आस नहीं भी इत्थे वापस परतिया भी जाना है कि नहीं परतिया जाना। साध संगत ये सारा कुछ उन्होंने खालसा पंथ वास्ते साडे वास्ते कीता सी। जरा कि इस दर्द नूं असीं अपने पिंडे ते महसूस करने का यतन करिए। जे असीं सच्ची उन्हां दे इस सफ़र दे विच शामिल होना चाहुंदे आ ते मैं इक्को बेनती तुहाडे सारिआं दे अगे करांगा भी असीं उन्हां दे इतिहास नूं पढ़ीए, अपने बच्चिआं नूं दसीए, अपने बच्चिआं दे विचों उन्हां दे साहिबजादिआं वर्गा सरूप वेखण दी कोशिश करिए जिहड़ा कलगीधर पातशाह सच्ची साडे विचों वेखना चाहुंदे सन। तां ही साडे मनाए होए ये जिहड़े दिन ने ये सफल हो सकणगे। सो आप सरबत संगत दा तਹਿ दिलों धन्नवाद जिन्हां ने कीमती समय विचों समा कढ के गुरु दरबार विच हाज़रियां भरियां ने। अज दी रात उस सारे सीन नूं अपने पिंडे ते हंडायो, सोचिओ उस समय नूं किन्ना हालातां विच कलगीधर पातशाह माता गुजर कौर अपने बुढ़े हड्डां दे नाल ठरदी होई ठंड दे विच सरसा नदी के ठंडे पानी विच तारियां लाउंदे होणगे। छोटे साहिबजादे निक्कियां निक्कियां उमरां दे विच किस तरीके नाल उन्हां बिखम भरे औखे पैंडियां दे विचों अपना पंध तय करते होणगे। इन्हां चीज़ां नूं महसूस करके वेखियो। आप सरबत संगत दा धन्नवाद जिन्हां ने कीमती समय विचों समा कढ के गुरु दरबार विच हाज़रियां भरियां ने। रहिंदी इतिहास की विचार असीं कल दे दीवान विच श्रवण करन दा यतन करांगे। आप सरबत संगत नूं बेनती है समय सिर आण के गुरु दरबार विच हाज़रियां भरन दी खेचल करनी जी। कोशिश करांगे जिन्ना क समा अपने कोल बनदा है, जिन्नी क इतिहास की विचार गुरु साहब जी ने मत ते बुद्ध बख्शी है, उसे दे मुताबक असीं इतिहास की लड़ी नूं नाल नाल जिहड़ा है वो तोड़दे रखण दा यतन करांगे जी। आप सरबत संगत दा धन्नवाद, कोटान कोट शुकराना। धन श्री गुरु ग्रंथ साहब सच्चे पातशाह महाराज जी की बाणी का होईयां भुल्लां चुकां दी खिमा, वडियाई गुरु दी अंत विच बुलाओ फतेह गज के आखो जी वाहिगुरू जी का खालसा वाहिगुरू जी की फतेह।